ਕੀ ਗਿੱਦੜ ਸਿੰਘੀ ਹੈ ਵੀ ਤੁਸੀਂ ਇਹ ਟੈਕਨੀਕ ਜਿਹੜੀ ਆ ਵਰਤਦੇ ਹੋ ਤੇ ਮਰੀਜ਼ ਜਿਹੜਾ ਉਹ 3-4 ਘੰਟਿਆਂ ਬਾਅਦ ਹੀ ਖੜਾ ਹੋ ਜਾਂਦਾ। FT3D ਨੀ ਰੀਸਰਫੇਸਿੰਗ ਤੋਂ ਬਾਅਦ ਸਾਡੇ ਜ਼ਿਆਦਾਤਰ ਮਰੀਜ਼ ਹੈ ਉਹ 3-4 ਘੰਟੇ ਤੋਂ ਬਾਅਦ ਖੜੇ ਹੋ ਕੇ ਆਪਣੇ ਗੋਡਿਆਂ ਦੇ ਉੱਤੇ, ਆਪਣੀ ਲੱਤਾਂ ਦੇ ਉੱਤੇ, ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ ਚੱਲਣਾ ਸ਼ੁਰੂ ਕਰ ਦਿੰਦੇ। ਅਸੀਂ ਇਹਦੇ ਵਿੱਚ ਪੂਰੇ ਗੋਡੇ ਨਹੀਂ ਬਦਲਦੇ, ਯਾਨੀ ਕਿ ਇਸ ਆਪਰੇਸ਼ਨ ਵਿੱਚ ਗੋਡੇ ਬਦਲੇ ਨਹੀਂ ਜਾਂਦੇ। ਸਿਰਫ ਗੋਡਿਆਂ ਦਾ ਜਿਹੜਾ ਖਰਾਬ ਹਿੱਸਾ ਹੁੰਦਾ ਹੈ ਅਸੀਂ ਸਿਰਫ ਉਹਨੂੰ ਨਿਕਾਲ ਕੇ ਉਹਦੀ ਜਗ੍ਹਾ ਤੇ ਮੈਟਲ ਦੇ ਕੈਪਸ ਪਾ ਦਿੰਦੇ ਹਾਂ। ਜਿਹੜੀ ਤੁਸੀਂ ਨਾਰਮਲ ਕੰਮਕਾਰ ਕਰਨੇ ਆ, ਤੁਸੀਂ ਕਾਰ ਚਲਾਉਣੀ ਹੈ, ਤੁਸੀਂ ਸੈਰ ਕਰਨੀ ਹੈ, ਪੌੜੀਆਂ ਚੜ੍ਹਨਾ ਹੈ, ਘਰ ਦੇ ਅੰਦਰ ਕੰਮ ਕਰਨਾ ਹੈ, ਖੇਤਾਂ 'ਚ ਜਾ ਕੇ ਕੰਮ ਕਰਨਾ ਹੈ, ਉਹ ਖੇਤੀਬਾੜੀ ਵਾਲੇ ਜਿਹੜੇ ਆਪਣੇ ਕਿਸਾਨ ਭਰਾ ਹੈਗੇ ਆਪਰੇਸ਼ਨ ਤੋਂ ਬਾਅਦ ਵਾਪਸ ਆਪਣੇ ਖੇਤਾਂ ਵਿੱਚ ਜਾ ਕੇ ਨਾਰਮਲ ਪੈਲੀ ਵਾਲਾ ਕੰਮ ਕਰਨਾ ਤਾਂ ਉਹ ਨਾਰਮਲ ਕੰਮ ਕਰਨਾ ਸ਼ੁਰੂ ਕਰਦੇ। ਅਗਲੇ ਦਿਨ ਤੋਂ ਆਪਰੇਸ਼ਨ ਤੋਂ ਅਗਲੇ ਹੀ ਦਿਨ ਤੋਂ ਬਾਥਰੂਮ ਟਾਇਲਟ ਜਾਣਾ ਮਰੀਜ਼ ਦਾ ਸ਼ੁਰੂ ਹੋ ਜਾਂਦਾ ਤੇ ਬਹੁਤ ਕੰਫਰਟੇਬਲੀ ਆਪਣੇ ਬਾਥਰੂਮ ਟਾਇਲਟ ਜਾਣਾ ਸ਼ੁਰੂ ਕਰ ਦਿੰਦੇ ਆ। ICU ਵਿੱਚ ਪੇਸ਼ੈਂਟ ਨੂੰ ਰੱਖਣ ਦੀ ਕੋਈ ਲੋੜ ਨਹੀਂ। FT3D ਨੀ ਰੀਸਰਫੇਸਿੰਗ ਇੱਕ ਆਪਰੇਸ਼ਨ ਬਾਅਦ ਦੇ ਵਿੱਚ ਹਮੇਸ਼ਾ ਲਈ ਕੰਮ ਕਰਦਾ ਹੈ, ਦੁਬਾਰਾ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ। ਸਾਨੂੰ ਜ਼ਰੂਰਤ ਹੀ ਨਹੀਂ ਹੁੰਦੀ ਰੋਡ ਪਾਉਣ ਦੀ। ਹੁਣ ਜੇ ਅਸੀਂ ਰੋਡ ਨਹੀਂ ਯੂਜ਼ ਕਰਾਂਗੇ ਤਾਂ ਹੱਡੀ ਦੀ ਤਾਕਤ ਉਵੇਂ ਦੀ ਜਿਵੇਂ ਪਹਿਲਾਂ ਸੀ ਸੇਮ ਬਰਕਰਾਰ ਰਹੇਗੀ, ਕੋਈ ਬਲੀਡਿੰਗ ਨਹੀਂ ਹੋਏਗੀ, ਕੋਈ ਕੰਪਲਿਕੇਸ਼ਨ ਹੋਣ ਦਾ ਚਾਂਸ ਨਹੀਂ ਹੋਏਗਾ ਤੇ ਪੇਸ਼ੈਂਟ ਨੂੰ ਦਰਦ ਘੱਟ ਹੋਏਗਾ। ਤੇ ਪੰਜਾਬ 'ਚ ਮੈਨੂੰ ਲੱਗਦਾ ਕਿ ਹੋਰ ਕਿਸੇ ਹਸਪੀਟਲ ਦੇ ਵਿੱਚ ਇਹ ਟੈਕਨੀਕ ਯੂਜ਼ ਕਰਦੇ ਹੋਣਗੇ, ਤਾਂ ਇਹ ਕੀ ਕਾਰਨ ਹੈ? ਹੁਣ ਮੇਰੀ ਟ੍ਰੇਨਿੰਗ ਜਿਹੜੀ ਹੈ ਉਹ ਜਰਮਨੀ ਦੇ 2 ਵੱਖ-ਵੱਖ ਹਸਪਤਾਲਾਂ ਵਿੱਚ ਹੋਈ। ਇਹ ਸੌਫਟਵੇਅਰ ਨੂੰ ਯੂਜ਼ ਕਰਨ ਲਈ ਸਭ ਤੋਂ ਪਹਿਲਾਂ ਇੱਕ ਪ੍ਰੋਪਰ ਟ੍ਰੇਨਿੰਗ ਲੈਣੀ ਪੈਂਦੀ। ਇਹ ਨਹੀਂ ਹੈ ਵੀ ਕੋਈ ਵੀ ਸਰਜਨ ਜਾਂ ਕੋਈ ਵੀ ਡਾਕਟਰ ਇਹ ਟੈਕਨੋਲੋਜੀ ਅੱਖ ਬੰਦ ਕਰਕੇ ਅਗਲੇ ਦਿਨ ਤੋਂ ਯੂਜ਼ ਕਰਨਾ ਚਾਹੁੰਦਾ। ਆਪਰੇਸ਼ਨ ਦੇ ਦੌਰਾਨ ਤਾਂ ਕਿ ਕੋਈ ਗਲਤੀ ਹੋਣ ਦਾ, ਕੋਈ ਮਿਸ ਅਲਾਈਨਮੈਂਟ ਹੋਣ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਲਿਕੇਸ਼ਨ ਹੋਣ ਦਾ ਜਿਹੜਾ ਚਾਂਸ ਹੈ ਉਹ ਡਰਾਮੈਟਿਕਲੀ ਘਟ ਜਾਂਦਾ ਹੈ। ਅੱਜ ਕੱਲ੍ਹ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ, ਜੇ ਗੱਲ ਕਰੀਏ ਤਾਂ ਡਾਇਬਟੀਜ਼ ਹੋਈ ਜਾਂ ਫਿਰ ਹਾਈਪਰਟੈਂਸ਼ਨ ਹੋਏ ਜਾਂ ਥਾਇਰਾਇਡ ਜਾਂ ਓਬੈਸਿਟੀ, ਜਾਂ ਉਹਦੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੈ। ਜਿਨ੍ਹਾਂ ਵੀ ਮਰੀਜ਼ਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ, ਕਿਸੇ ਨੂੰ ਸ਼ੂਗਰ ਹੈ, ਕਿਸੇ ਦਾ ਵਜ਼ਨ ਜ਼ਿਆਦਾ ਹੈ ਜਾਂ ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੈ, ਤਾਂ ਆਪਰੇਸ਼ਨ ਜਿੰਨਾ ਘੱਟ ਤੋਂ ਘੱਟ ਸਮੇਂ ਵਿੱਚ ਕੀਤਾ ਜਾਵੇ ਤੇ ਜਿੰਨਾ ਜ਼ਿਆਦਾ ਐਕੂਰੇਟਲੀ ਕੀਤਾ ਜਾਵੇ ਉਨਾ ਹੀ ਮਰੀਜ਼ ਨੂੰ ਜਿਹੜਾ ਰਿਸਕ ਹੈ ਉਹ ਘਟ ਜਾਂਦਾ ਹੈ। ਹੁਣ ਸਾਡਾ ਜਿਹੜਾ FT3D ਨੀ ਰੀਸਰਫੇਸਿੰਗ ਹੈ ਇਹ ਆਪਰੇਸ਼ਨ ਇੱਕ ਪਾਸੇ ਦੇ ਜੇ ਅਸੀਂ ਗੋਡੇ ਦੀ ਗੱਲ ਕਰੀਏ ਤਾਂ ਅੰਦਾਜ਼ਨ ਇਹ 20 ਤੋਂ ਲੈ ਕੇ 30 ਮਿੰਟ ਦੇ ਵਿੱਚ ਖਤਮ ਹੀ ਹੋ ਜਾਂਦਾ। ਸਾਨੂੰ ਆਪਰੇਸ਼ਨ ਦੇ ਦੌਰਾਨ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੁੰਦੀ। ਅਸੀਂ ਸਿਰਫ ਇੱਕ ਸੈੱਟ ਪਲਾਨ ਨੂੰ ਫੋਲੋ ਕਰਨਾ ਹੁੰਦਾ ਜੋ ਕਿ ਕੰਪਿਊਟਰ ਵੈਰੀਫਾਈ ਕਰਕੇ ਹੀ ਸਾਨੂੰ ਦਿੰਦਾ। ਰੋਬੋਟਿਕ ਨੀ ਰਿਪਲੇਸਮੈਂਟ ਆਉਂਦੀ ਹੈ ਤੇ ਹੁਣ ਜਿਹੜੀ ਇਹ ਨੀ ਰੀਸਰਫੇਸਿੰਗ ਜਿਹੜੀ FT3D ਹੈ, ਇਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ? ਇਹ ਕਿਸੇ ਮਰੀਜ਼ ਨੇ ਫੋਰ ਐਗਜ਼ਾਮਪਲ 60 ਸਾਲ ਦੀ ਉਮਰ ਵਿੱਚ ਇਹ ਆਪਰੇਸ਼ਨ ਕਰਾਇਆ ਤਾਂ 90 ਸਾਲ ਦੀ ਉਮਰ ਤੱਕ ਤਾਂ ਉਹਨਾਂ ਨੂੰ, ਇਸ ਮਰੀਜ਼ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਕਈ ਮਰੀਜ਼ਾਂ ਨੂੰ ਲੋੜ ਪੈ ਜਾਂਦੀ ਹੈ ਆਪਰੇਸ਼ਨ ਬਹੁਤ ਯੰਗ ਏਜ ਵਿੱਚ ਕਰਾਉਣ ਲਈ। ਇਹੋ ਜਿਹੇ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਇਹ ਆਪਰੇਸ਼ਨ 30 ਸਾਲ ਤੋਂ ਬਾਅਦ ਦੁਬਾਰਾ ਕਰਾਉਣ ਦੀ ਲੋੜ ਪੈਂਦੀ ਹੈ ਤਾਂ ਉਨੀ ਹੀ ਆਸਾਨੀ ਨਾਲ ਅਸੀਂ ਇਹ ਰਿਪੀਟ ਵੀ ਕਰ ਸਕਦੇ ਹਾਂ। ਗੋਡਿਆਂ ਦੀ ਸਮੱਸਿਆ ਅੱਜ ਕੱਲ੍ਹ ਬਹੁਤ ਵੇਖਣ ਨੂੰ ਮਿਲ ਰਹੀ ਹੈ। ਲਗਾਤਾਰ ਪੇਸ਼ੈਂਟ ਜਿਹੜੇ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ ਔਰ ਉਹਨਾਂ ਦੀ ਜਿਹੜਾ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਪੇਸ਼ੈਂਟ ਦਾ। ਦੱਸ ਦੇ ਕਿ ਅੱਜ ਕੱਲ੍ਹ ਸੁਣਿਆ ਹੋਵੇਗਾ ਕਿ ਤੁਸੀਂ ਗੋਡੇ ਬਦਲਾਉਣ ਵੀ ਲੱਗੇ ਨੇ ਲੋਕ, ਜਾਂ ਫਿਰ ਕਈ ਅਜਿਹੀਆਂ ਥੈਰੇਪੀਜ਼ ਲੈਣੀਆਂ ਪੈਂਦੀਆਂ ਨੇ ਜੋ ਤਾ ਉਮਰ ਤੁਹਾਡੇ ਨਾਲ ਚੱਲਦੀਆਂ ਨੇ। ਤਾਂ ਦੱਸ ਦੇ ਕਿ ਹੁਣ ਇਸ ਸਭ ਦੇ ਵਿੱਚ ਇੱਕ ਨਵੀਂ ਤਕਨੀਕ FT3D ਨੀ ਰੀਸਰਫੇਸਿੰਗ ਜਿਹੜੀ ਲੈ ਕੇ ਆਏ ਨੇ ਡਾਕਟਰ ਸਾਹਿਬ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਪੁਰਾਣੀਆਂ ਤਕਨੀਕਾਂ ਦੇ ਨਾਲੋਂ ਇਹ ਤਕਨੀਕ ਜਿਹੜੀ ਹੈ ਉਹ ਲਾਹੇਵੰਦ ਕਿਵੇਂ ਹੈ ਤੇ ਉਹਦੇ ਵਿੱਚ ਅਜਿਹਾ ਕੀ ਹੈ ਕਿ ਪੇਸ਼ੈਂਟ ਜਿਹੜਾ 3 ਤੋਂ 4 ਘੰਟਿਆਂ ਦੇ ਬਾਅਦ ਤੁਰਨ ਲੱਗ ਜਾਂਦਾ। ਤਾਂ ਡਾਕਟਰ ਸਾਹਿਬ ਸਾਡੇ ਨਾਲ ਨੇ, ਤੁਹਾਡੀ ਗੱਲਬਾਤ ਕਰਾਉਣੇ ਆ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ TV ਤੇ। ਡਾਕਟਰ ਸਾਹਿਬ ਪਹਿਲਾਂ ਤਾਂ ਆਪਣਾ ਨਾਂ ਸਾਨੂੰ ਦੱਸੋ ਦਰਸ਼ਕਾਂ ਨੂੰ, ਤੇ ਤੁਸੀਂ ਕਿਹੜੇ ਹਸਪੀਟਲ ਦੇ ਵਿੱਚ ਹੋ ਉਹ ਵੀ ਸਾਨੂੰ ਦੱਸੋ। ਮੈਂ ਡਾਕਟਰ ਤਰਨਦੀਪ ਸਿੰਘ ਗਿੱਲ, ਸੀਨੀਅਰ ਕੰਸਲਟੈਂਟ ਆਰਥੋਪੈਡਿਕਸ ਤੇ ਜੁਆਇੰਟ ਰਿਪਲੇਸਮੈਂਟ, ਹੀਲਿੰਗ ਹਸਪਤਾਲ ਸੈਕਟਰ 34 ਇਸ ਚੰਡੀਗੜ੍ਹ ਵਿੱਚ ਕੰਮ ਕਰਦਾ। ਇੱਥੇ ਮੈਂ ਪਿਛਲੇ 3 ਸਾਲਾਂ ਤੋਂ ਹੀਲਿੰਗ ਹਸਪੀਟਲ ਨਾਲ ਐਸੋਸੀਏਟਡ ਹੈ। ਇੱਥੇ ਸਾਡਾ ਜਿਹੜਾ ਡਿਪਾਰਟਮੈਂਟ ਹੈ ਉਹ ਹੱਡੀਆਂ ਦੀ ਹਰ ਪ੍ਰੋਬਲਮ ਦੇ ਨੂੰ ਹੈਂਡਲ ਕਰਨ ਵਾਸਤੇ ਅਸੀਂ ਇੱਥੇ ਕੰਮ ਕਰਦੇ ਹਾਂ। ਮੇਨਲੀ ਅਸੀਂ ਜਿਹੜਾ ਪੇਸ਼ੈਂਟਸ ਨੂੰ ਅਸੀਂ ਉਹਨਾਂ ਨੂੰ ਡੀਲ ਕਰਦੇ ਹਾਂ ਜਿਨ੍ਹਾਂ ਦੇ ਨੀਜ਼ ਦੇ ਵਿੱਚ, ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਸਾਡਾ ਮੇਨ ਜਿਹੜਾ ਫੋਕਸ ਹੈਗਾ ਉਹ ਹੈ ਜੋੜਾਂ ਦੇ ਤੇ ਗੋਡਿਆਂ ਦੇ ਇਲਾਜ ਦੇ ਬਾਰੇ ਅਸੀਂ
ਇਸ ਹੀਲਿੰਗ ਹਸਪੀਟਲ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਡਾਕਟਰ ਸਾਹਿਬ ਜੇ ਤਕਨੀਕ ਦੀ ਗੱਲ ਕਰੀਏ ਤਾਂ ਲਗਾਤਾਰ ਆਪਾਂ ਦੇਖਦੇ ਹਾਂ ਪੁਰਾਣੀਆਂ ਟੈਕਨੀਕਸ ਵੀ ਆਉਂਦੀਆਂ ਰਹੀਆਂ ਨੇ, ਚਾਹੇ ਉਹ ਟ੍ਰੈਡੀਸ਼ਨ ਜਿਹੜੀਆਂ ਪੁਰਾਣੀਆਂ ਸੀ ਗੋਡੇ ਬਦਲਣ ਦੀਆਂ ਗੱਲਾਂ ਹੋਣ, ਜਾਂ ਇੱਕ ਜਿਹੜੀ ਤੁਸੀਂ ਨਵੀਂ ਤਕਨੀਕ ਲੈ ਕੇ ਆਏ ਹੋ FT 3D ਨੀ ਰੀਸਰਫੇਸਿੰਗ, ਇਹਦੇ ਵਿੱਚ ਕੀ ਅਜਿਹਾ ਖਾਸ ਹੈ ਔਰ ਕੀ ਇਹ ਡਿਫਰੈਂਟ ਹੈਗੀ ਦੂਸਰੀਆਂ ਤਕਨੀਕਾਂ ਨਾਲੋਂ? ਦੇਖੋ, ਨੀ ਰਿਪਲੇਸਮੈਂਟ ਦੇ ਬਾਰੇ ਜੇ ਆਪਾਂ ਡਿਸਕਸ ਕਰੀਏ ਤਾਂ ਨੀ ਰਿਪਲੇਸਮੈਂਟ ਇੱਕ ਬਹੁਤ ਹੀ ਸਕਸੈਸਫੁਲ ਆਪਰੇਸ਼ਨ ਹੈਗਾ। ਨੀ ਰਿਪਲੇਸਮੈਂਟ ਹਰ ਕਿਸੇ ਨੇ ਘਰ ਵਿੱਚ ਸੁਣਿਆ ਹੋਏਗਾ ਤੇ ਜਿਸ ਕਿਸੇ ਨੂੰ ਵੀ ਗੋਡੇ ਦੀ ਪ੍ਰੋਬਲਮ ਹੁੰਦੀ ਹੈ ਉਹ ਨੀ ਰਿਪਲੇਸਮੈਂਟ ਬੜੇ ਆਰਾਮ ਨਾਲ ਤੇ ਬੜਾ ਸੇਫਲੀ ਕਰਵਾ ਸਕਦੇ ਹਾਂ। ਲੇਕਿਨ ਨੀ ਰਿਪਲੇਸਮੈਂਟ ਦੇ ਵਿੱਚ ਆਪਾਂ ਨਾਰਮਲੀ ਇਹ ਵੀ ਸੁਣਿਆ ਹੁੰਦਾ ਹੈ ਕਿ ਕਿਸੇ ਮਰੀਜ਼ ਨੇ ਨੀ ਰਿਪਲੇਸਮੈਂਟ ਕਰਾਈ, ਉਹਦਾ ਬਿਲਕੁਲ ਠੀਕ ਹੋ ਗਿਆ ਆਪਰੇਸ਼ਨ, ਤੇ ਕਿਸੇ ਪੇਸ਼ੈਂਟ ਦਾ ਆਪਰੇਸ਼ਨ ਬਿਲਕੁਲ ਫੇਲ ਹੋ ਗਿਆ। ਇਸ ਹੱਦ ਤੱਕ ਕਿ ਕਈ ਪੇਸ਼ੈਂਟ ਤਾਂ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਕਈ ਪੇਸ਼ੈਂਟ ਆਪਰੇਸ਼ਨ ਤੋਂ ਬਾਅਦ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਹੈ। ਇਹੀ ਗੱਲਾਂ ਜਿਹੜੀਆਂ ਹੈ ਕਿ ਨੀ ਰਿਪਲੇਸਮੈਂਟ ਦੇ ਵਿੱਚ ਜਿਹੜੀਆਂ ਕੰਪਲਿਕੇਸ਼ਨਸ ਆਉਣ ਦੇ ਜਿਹੜੇ ਚਾਂਸ ਹੁੰਦੇ ਆ ਉਹ ਕਿਸ ਤਰ੍ਹਾਂ ਘਟਾਏ ਜਾਣ, ਜਾਂ ਗੋਡਿਆਂ ਦੇ ਜਿਹੜੇ ਬਦਲਣ ਦੇ ਆਪਰੇਸ਼ਨ ਨੂੰ ਜ਼ਿਆਦਾ ਬਿਹਤਰ ਕਿਵੇਂ ਕੀਤਾ ਜਾਵੇ, ਗੋਡਿਆਂ ਦੇ ਆਪਰੇਸ਼ਨ ਨੂੰ ਜ਼ਿਆਦਾ ਸੇਫ ਕਿਵੇਂ ਬਣਾਇਆ ਜਾਵੇ, ਇਸੇ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ FT 3D ਨੀ ਰੀਸਰਫੇਸਿੰਗ ਜਿਹੜਾ ਹੈ ਆਪਰੇਸ਼ਨ ਮਰੀਜ਼ਾਂ ਨੂੰ ਅਸੀਂ ਆਫਰ ਕਰਦੇ ਹਾਂ। ਇਸ ਆਪਰੇਸ਼ਨ ਦਾ ਜਿਹੜਾ ਮੇਨ ਡਿਫਰੈਂਸ ਜਿਹੜਾ ਹੈ ਨੀ ਰਿਪਲੇਸਮੈਂਟ ਨਾਲੋਂ ਉਹ ਇਹ ਹੈ ਕਿ ਅਸੀਂ ਇਹਦੇ ਵਿੱਚ ਪੂਰੇ ਗੋਡੇ ਨਹੀਂ ਬਦਲਦੇ, ਯਾਨੀ ਕਿ ਇਸ ਆਪਰੇਸ਼ਨ ਵਿੱਚ ਗੋਡੇ ਬਦਲੇ ਨਹੀਂ ਜਾਂਦੇ, ਰੈਦਰ ਸਿਰਫ ਗੋਡਿਆਂ ਦਾ ਜਿਹੜਾ ਖਰਾਬ ਹਿੱਸਾ ਹੁੰਦਾ ਹੈ ਅਸੀਂ ਸਿਰਫ ਉਹਨੂੰ ਨਿਕਾਲ ਕੇ ਉਹਦੀ ਜਗ੍ਹਾ ਤੇ ਮੈਟਲ ਦੇ ਕੈਪਸ ਪਾ ਦਿੰਦੇ ਆ, ਉਹਨਾਂ ਨੂੰ ਰਿਪੇਅਰ ਕੀਤਾ ਜਾਂਦਾ। ਇੱਕ ਤਰ੍ਹਾਂ ਰਿਪੇਅਰ ਕੀਤਾ ਜਾਂ ਤੁਸੀਂ ਉਹਦਾ ਸਿੱਧਾ ਐਗਜ਼ਾਮਪਲ ਲਓ, ਜਿਵੇਂ ਪਹਿਲਾਂ ਪੁਰਾਣੇ ਜ਼ਮਾਨਿਆਂ ਵਿੱਚ ਜਦੋਂ ਕਿਸੇ ਦਾ ਵੀ ਦੰਦ ਖਰਾਬ ਹੁੰਦਾ ਸੀਗਾ ਤਾਂ ਸਿੱਧਾ ਸਾਦਾ ਇੱਕ ਇਲਾਜ ਹੁੰਦਾ ਸੀ, ਦੰਦ ਨੂੰ ਕੱਢ ਦਿੱਤਾ ਜਾਂਦਾ ਸੀਗਾ, ਉਹਦੀ ਜੜ ਤੋਂ ਪਕੜ ਕੇ ਨਿਕਾਲ ਦਿੱਤਾ ਜਾਂਦਾ ਸੀ। ਸੇਮ ਪ੍ਰਿੰਸੀਪਲ ਫੋਲੋ ਕੀਤਾ ਜਾਂਦਾ ਸੀ ਨੀ ਰਿਪਲੇਸਮੈਂਟ ਵਿੱਚ। ਗੋਡੇ ਖਰਾਬ ਹੋ ਗਏ, ਗੋਡੇ ਪੂਰੇ ਬਦਲ ਦਿਓ, ਪੁਰਾਣੇ ਗੋਡੇ ਕੱਢ ਦਿਓ ਤੇ ਨਵੇਂ ਗੋਡੇ ਪਾ ਦਿਓ। ਅੱਜ ਕੱਲ੍ਹ ਜੇ ਤੁਸੀਂ ਦੇਖੋਗੇ ਤਾਂ ਦੰਦਾਂ ਦਾ ਇਲਾਜ ਬੜਾ ਸਕਸੈਸਫੁਲੀ ਕਿਵੇਂ ਕੀਤਾ ਜਾਂਦਾ ਹੈ, ਜਿਹੜਾ ਖਰਾਬ ਹਿੱਸਾ ਹੁੰਦਾ ਹੈ ਡਰਿਲ ਦੇ ਨਾਲ ਬੜਾ ਹੀ ਟੈਕਨੀਕਲੀ ਤੇ ਬੜਾ ਹੀ ਐਕੂਰੇਟਲੀ ਖਰਾਬ ਹਿੱਸੇ ਨੂੰ ਡਰਿਲ ਦੇ ਨਾਲ ਨਿਕਾਲ ਦਿੱਤਾ ਜਾਂਦਾ ਹੈ, ਉਹਦੇ ਉੱਤੇ ਫਿਲਿੰਗ ਕਰਕੇ ਇੱਕ ਫਾਈਨਲੀ ਇੱਕ ਕੈਪ ਚੜਾ ਦਿੱਤਾ ਜਾਂਦਾ ਹੈ। ਇਹੀ ਪ੍ਰਿੰਸੀਪਲ ਅਸੀਂ ਅੱਜ ਕੱਲ੍ਹ ਗੋਡਿਆਂ ਦੇ ਆਪਰੇਸ਼ਨ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਇਹ ਇੱਕ ਬਹੁਤ ਹੀ ਸੋਫਿਸਟੀਕੇਟਡ ਟੈਕਨੀਕ ਹੈਗੀ ਹੈ ਜਿਹਦੇ ਵਿੱਚ ਅਸੀਂ ਗੋਡੇ ਪੂਰੇ ਨਹੀਂ ਬਦਲਦੇ, ਪੂਰੇ ਗੋਡੇ ਬਾਹਰ ਨਹੀਂ ਕੱਢ ਕੇ ਅੰਦਰ ਕੁਝ ਨਵਾਂ ਨਹੀਂ ਪਾ ਦਿੰਦੇ, ਅਸੀਂ ਸਿਰਫ ਤੇ ਸਿਰਫ ਜਿੰਨਾ ਗੋਡੇ ਦਾ ਹਿੱਸਾ ਖਰਾਬ ਹੋਇਆ ਹੁੰਦਾ ਉਹਨੂੰ ਹੀ ਨਿਕਾਲ ਕੇ ਉਹਦੇ ਉੱਤੇ ਮੈਟਲ ਦੇ ਜਿਹੜੇ ਮੈਡੀਕਲ ਗ੍ਰੇਡ ਐਲੋਇਜ਼ ਹੁੰਦੇ ਆ ਉਹਨਾਂ ਦੇ ਕੈਪਸ ਲਗਾ ਦਿੰਦੇ। ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਗੱਲ ਕੀਤੀ ਦੰਦਾਂ ਦੀ, ਤਾਂ ਦੰਦਾਂ ਦੇ ਵਿੱਚ ਵੀ ਜਿੱਦਾਂ ਆਪਾਂ ਦੇਖਿਆ ਕਿ ਇੰਪਲਾਂਟ ਵਗੈਰਾ ਤੱਕ ਵੀ ਲਗਾਏ ਜਾਂਦੇ ਨੇ, ਤਾਂ ਇਹਦੇ ਵਿੱਚ ਵੀ ਕੋਈ ਅਜਿਹਾ ਪ੍ਰੋਸੈਸ ਹੁੰਦਾ ਕਿ ਇੰਪਲਾਂਟ ਦਾ ਜਿਹੜਾ ਯੂਜ਼ ਕੀਤਾ ਜਾਂਦਾ? ਪੁਰਾਣੇ ਆਪਰੇਸ਼ਨ ਦੇ ਵਿੱਚ, ਨੀ ਰਿਪਲੇਸਮੈਂਟ ਵਾਲੇ ਆਪਰੇਸ਼ਨ ਦੇ ਵਿੱਚ ਜਿਹੜੇ ਇੰਪਲਾਂਟ ਯੂਜ਼ ਕੀਤੇ ਜਾਂਦੇ ਸੀ ਉਹ ਬਹੁਤ ਵੱਡੇ ਇੰਪਲਾਂਟਸ ਹੁੰਦੇ ਸੀਗੇ, ਉਹਨਾਂ ਦਾ ਸਾਈਜ਼ ਬਹੁਤ ਵੱਡਾ ਸੀ, ਉਹਦੇ ਅੰਦਰ ਰੋਡਸ ਪਾਉਣੀਆਂ ਪੈਂਦੀਆਂ ਸੀ, ਕਈਆਂ ਦੇ ਅੰਦਰ ਸਕਰੂ ਪੈਂਦੇ ਸੀਗੇ। ਤੇ ਜਿਹੜੇ ਆਪਰੇਸ਼ਨ ਕਰਨ ਦੇ ਬਾਵਜੂਦ ਵੀ ਪੇਸ਼ੈਂਟਸ ਨੂੰ, ਮਰੀਜ਼ਾਂ ਨੂੰ ਆਪਰੇਸ਼ਨ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਇੱਕ ਨਾਰਮਲ ਰੂਟੀਨ ਵਿੱਚ ਜੁੜਨ ਲਈ ਬਹੁਤ ਸਮਾਂ ਲੱਗ ਜਾਂਦਾ ਸੀ। ਮਰੀਜ਼ਾਂ ਨੂੰ ਸਾਲ 2 ਸਾਲ 3 ਸਾਲ ਨਾਰਮਲ ਰੂਟੀਨ ਵਿੱਚ ਆਉਣ 'ਚ ਲੱਗ ਜਾਂਦੇ ਸੀ। ਅੱਜ ਕੱਲ੍ਹ ਜਿਹੜੇ FT 3D ਨੀ ਰੀਸਰਫੇਸਿੰਗ ਵਿੱਚ ਜਿਹੜੇ ਅਸੀਂ ਟੈਕਨੋਲੋਜੀ ਯੂਜ਼ ਕਰਦੇ ਹਾਂ ਉਹਦੇ ਵਿੱਚ ਜਿਹੜੇ ਮੈਟਲ ਦੇ ਇੰਪਲਾਂਟ ਕੈਪਸ ਹੁੰਦੇ ਆ, ਪਹਿਲਾਂ ਇੰਪਲਾਂਟਸ ਹੁੰਦੇ ਸੀਗੇ ਬਹੁਤ ਭਾਰੇ ਤੇ ਵੱਡੇ, ਅੱਜ ਕੱਲ੍ਹ ਜਿਹੜੇ ਹੈਗੇ ਮੈਟਲ ਦੇ ਇੰਪਲਾਂਟ ਸਿਰਫ ਕੈਪਸ ਹੁੰਦੇ ਆ ਜਿਹੜੇ ਕਿ ਮੈਡੀਕਲ ਗ੍ਰੇਡ ਐਲੋਇਜ਼ ਦੇ ਬਣੇ ਹੋਏ ਹੁੰਦੇ ਆ। ਉਹਨਾਂ ਵਿੱਚੋਂ ਇੱਕ ਕੋਬਾਲਟ ਕ੍ਰੋਮੀਅਮ ਐਲੋਏ ਹੁੰਦਾ, ਇੱਕ ਕੋਬਾਲਟ ਕ੍ਰੋਮੀਅਮ ਦੇ ਉੱਤੇ ਟਾਈਟੇਨੀਅਮ ਨਿਓਬੀਅਮ ਨਾਈਟਰਾਈਡ ਇੱਕ ਕੈਮੀਕਲ ਜਿਹੜੀ ਸਪੈਸ਼ਲ ਐਲੋਏ ਹੁੰਦਾ ਉਹਦੀ ਕੋਟਿੰਗ ਦੇ ਇੰਪਲਾਂਟ ਹੁੰਦੇ, ਉਹਨਾਂ ਨੂੰ ਅਸੀਂ 골ਡ ਨਹੀਂ ਕਹਿੰਦੇ। ਇਹ ਇੰਪਲਾਂਟ ਕੈਪਸ ਦੀ ਜਿਹੜੀ ਖਾਸ ਗੱਲ ਹੁੰਦੀ ਹੈ ਉਹ ਹੈ ਇਹ ਤਾਂ ਨੰਬਰ 1 ਕਿ ਇਹ ਬਹੁਤ ਲਾਈਟ ਵੇਟ ਹੁੰਦੇ ਆ, ਨੰਬਰ 2 ਇਹ ਪੁਰਾਣੇ ਇੰਪਲਾਂਟਸ ਨਾਲੋਂ ਜ਼ਿਆਦਾ ਸਟਰੋਂਗ ਹੁੰਦੇ ਆ, ਤਾਂ ਡਬਲ ਐਡਵਾਂਟੇਜ ਮਿਲਦਾ ਮਰੀਜ਼ਾਂ ਨੂੰ, ਹਲਕੇ ਵੀ ਹੁੰਦੇ ਤੇ ਜ਼ਿਆਦਾ ਮਜ਼ਬੂਤ ਵੀ ਹੁੰਦੇ ਆ। ਡਾਕਟਰ ਸਾਹਿਬ ਜੇ ਆਪਾਂ ਟੈਕਨੀਕ ਦੀ ਗੱਲ ਕਰੀਏ, ਤੁਸੀਂ ਨਾਂ ਰੱਖਿਆ ਪਹਿਲਾਂ ਤਾਂ ਨਾਂ ਜਿੱਦਾਂ ਤੁਸੀਂ ਰੱਖਿਆ FT 3D ਨੀ ਰੀਸਰਫੇਸਿੰਗ, ਤਾਂ ਜੇ ਆਪਾਂ ਇਹਨੂੰ ਸੌਖੇ ਭਾਸ਼ਾ ਦੇ ਵਿੱਚ ਸਮਝੀਏ ਤਾਂ ਰੀਸਰਫੇਸਿੰਗ ਦਾ ਮਤਲਬ ਹੈ ਕਿ ਜੇ ਕੋਈ ਕਿਸੇ ਜਗ੍ਹਾ ਤੋਂ ਮਿਸਪਲੇਸ ਹੋ ਜਾਂਦੇ ਤਾਂ ਉਹਨੂੰ ਦੁਬਾਰਾ ਲਿਆਉਣਾ। ਤਾਂ ਜਿਵੇਂ ਤੁਸੀਂ ਕਿਹਾ ਕਿ ਇਹਦੇ ਵਿੱਚ ਜਿਹੜਾ ਚੀਰਾ ਤੁਸੀਂ ਦਿੰਦੇ ਹੋ ਉਹ ਵੀ ਬਹੁਤ ਛੋਟਾ ਦਿੰਦੇ ਹੋ, ਤਾਂ ਉਸ ਦੇ ਵਿੱਚ ਜੇ ਮੈਂ ਤੁਹਾਨੂੰ ਸੌਖੇ ਸ਼ਬਦਾਂ ਪੁੱਛਾਂ ਤਾਂ ਕੀ ਗਿੱਦੜ ਸਿੰਘੀ ਹੈ? ਜੇ ਆਪਾਂ ਪੁੱਛੀਏ ਵੀ ਤੁਸੀਂ ਇਹ ਟੈਕਨੀਕ ਜਿਹੜੀ ਹੈ ਵਰਤਦੇ ਹੋ ਤੇ ਮਰੀਜ਼ ਜਿਹੜਾ ਉਹ 3-4 ਘੰਟਿਆਂ ਬਾਅਦ ਹੀ ਖੜਾ ਹੋ ਜਾਂਦਾ? ਇਹਦਾ ਸਭ ਤੋਂ ਜ਼ਿਆਦਾ ਜਿਹੜਾ ਇਹਦਾ ਸ਼੍ਰੇਅ ਜਾਂਦਾ, ਜਿਹੜਾ ਇਹਦਾ ਕ੍ਰੈਡਿਟ ਜਾਂਦਾ ਹੈਗਾ ਉਹ ਜਾਂਦਾ ਹੈ ਟੈਕਨੋਲੋਜੀ ਦੇ ਵਿੱਚ। ਨਾਰਮਲ ਆਪਰੇਸ਼ਨ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਮਰੀਜ਼ ਦੇ ਗੋਡੇ ਖਰਾਬ ਹੁੰਦੇ ਆ, ਆਪਾਂ ਡਾਕਟਰ ਕੋਲੇ ਜਾਂਦੇ ਆ ਜਾਂ ਸਰਜਨ ਕੋਲੇ ਜਾਂਦੇ ਆ, ਉਹ ਗੋਡਿਆਂ ਦਾ ਇੱਕ ਐਕਸ-ਰੇ ਕਰਾ ਕੇ ਇਹ ਦੱਸ ਦਿੰਦਾ ਕਿ ਹਾਂ ਜੀ ਤੁਸੀਂ ਆਪਰੇਸ਼ਨ ਕਰਾ ਲਓ ਤੇ ਨਾਲ ਦੇ ਨਾਲ ਆਪਰੇਸ਼ਨ ਹੋ ਵੀ ਜਾਂਦੇ ਨੇ। ਇਸ ਦੇ ਵਿੱਚ ਇਹ ਜਿਹੜਾ ਆਪਰੇਸ਼ਨ ਹੈ FT 3D ਨੀ ਰੀਸਰਫੇਸਿੰਗ, ਇਹਦਾ ਨਾਮ ਦਾ ਵੀ ਜੇ ਤੁਸੀਂ ਬ੍ਰੇਕਅਪ ਕਰੋ ਤਾਂ ਇਹਦਾ ਬ੍ਰੇਕਅਪ ਹੈਗਾ 3D, ਯਾਨੀ ਕਿ ਅਸੀਂ 3 ਡਾਇਮੈਂਸ਼ਨਲੀ ਗੋਡੇ ਦਾ ਪਹਿਲਾਂ ਅਸੀਂ ਜਾਇਜ਼ਾ ਲੈਂਦੇ ਹਾਂ, ਪਹਿਲਾਂ 3 ਡਾਇਮੈਂਸ਼ਨਲੀ ਅਸੀਂ ਗੋਡੇ ਨੂੰ ਉਹਦੇ ਬਾਰੇ ਪੂਰੇ ਡਾਇਗਨੋਸਿਸ ਕਰਦੇ ਹਾਂ, ਉਹਦੀ ਪਲੈਨਿੰਗ ਕਰਦੇ ਹਾਂ, ਉਸ ਤੋਂ ਬਾਅਦ ਹੀ ਅਸੀਂ ਇਹ ਆਪਰੇਸ਼ਨ
ਦੀ ਤਿਆਰੀ ਕਰਦੇ ਹਾਂ। ਇਹਦੇ ਵਿੱਚ ਜਿਹੜਾ ਸੌਫਟਵੇਅਰ ਹੈ ਉਹ ਸਿੰਪਲ ਐਕਸ-ਰੇ ਦੇ ਨਾਲ ਕੰਪੈਟੀਬਲ ਨਹੀਂ ਹੁੰਦਾਗਾ। ਤਾਂ ਹਰ ਇੱਕ ਮਰੀਜ਼ ਜਿਹਨੇ FT3D ਨੀ ਰੀਸਰਫੇਸਿੰਗ ਕਰਵਾਉਣੀ ਹੈ, ਸਭ ਤੋਂ ਪਹਿਲਾਂ ਤਾਂ ਉਸ ਮਰੀਜ਼ ਦਾ ਚੂਲੇ ਦੀ ਹੱਡੀ ਤੋਂ ਲੈ ਕੇ ਗਿੱਟੇ ਦੀ ਹੱਡੀ ਤੱਕ ਪਹਿਲਾਂ CT ਸਕੈਨ ਕਰਾਇਆ ਜਾਂਦਾ, ਯਾਨੀ ਕਿ ਪੂਰੀ ਲੱਤ ਦਾ CT ਸਕੈਨ ਕੀਤਾ ਜਾਂਦਾ। CT ਸਕੈਨ ਕਰਾਉਣ ਤੋਂ ਬਾਅਦ ਸਾਡੇ ਕੋਲ ਇੱਕ ਬਹੁਤ ਹੀ ਡਿਟੇਲਡ 3D ਇੱਕ ਵਰਚੁਅਲ ਮਾਡਲ ਬਣ ਕੇ ਆਉਂਦਾ, ਜਿਹੜਾ ਕਿ ਅਸੀਂ ਆਪਣੇ ਕੰਪਿਊਟਰ ਵਿੱਚ ਫੀਡ ਕਰਦੇ ਹਾਂ। ਇਹ ਕੰਪਿਊਟਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੇ ਵੇਰੀਅਸ ਐਲਗੋਰਿਦਮਸ ਨੂੰ ਯੂਜ਼ ਕਰਕੇ ਇੱਕ ਵਰਚੁਅਲ ਸਰਜਰੀ ਕਰਦਾ, ਯਾਨੀ ਕਿ ਹਲੇ ਮਰੀਜ਼ ਆਪਣੇ ਘਰੇ ਹੀ ਹੁੰਦਾ ਹੈ, ਲੇਕਿਨ ਮਰੀਜ਼ ਦੀ ਕੰਪਿਊਟਰ ਦੇ ਉੱਤੇ ਇੱਕ ਵਰਚੁਅਲ ਆਪਰੇਸ਼ਨ ਆਲਰੇਡੀ ਹੋ ਚੁੱਕਿਆ ਹੁੰਦਾ ਹੈ। ਜਦੋਂ ਵਰਚੁਅਲ ਆਪਰੇਸ਼ਨ ਸਕਸੈਸਫੁਲ ਹੋ ਜਾਂਦਾ ਹੈ, ਜਦੋਂ ਸਾਡੇ ਕੋਲੇ ਗੋਡਿਆਂ ਦੇ ਬਾਰੇ ਤੇ ਪੂਰੇ ਮਰੀਜ਼ ਦੇ ਲੱਤਾਂ ਬਾਰੇ ਪੂਰਾ ਡਿਟੇਲਡ ਇਨਫੋਰਮੇਸ਼ਨ ਮਿਲ ਜਾਂਦੀ ਹੈ, ਸਾਰੀ ਪਲੈਨਿੰਗ ਮਿਲ ਜਾਂਦੀ ਹੈ, ਫਿਰ ਹੀ ਅਸੀਂ ਮਰੀਜ਼ ਨੂੰ ਲਿਆ ਕੇ ਉਹਨਾਂ ਦਾ ਅਸਲੀ ਵਿੱਚ ਆਪਰੇਸ਼ਨ ਕਰਦੇ ਹਾਂ। ਪਹਿਲਾਂ ਅਸੀਂ ਟੈਕਨੀਕਲੀ ਪੂਰਾ ਆਪਰੇਸ਼ਨ ਕਰਦੇ ਹਾਂ। ਯੈਸ, ਯਾਨੀ ਕਿ ਆਪਰੇਸ਼ਨ ਦੇ ਦੌਰਾਨ ਤਾਂ ਕਿ ਕੋਈ ਗਲਤੀ ਹੋਣ ਦਾ, ਕੋਈ ਮਿਸ ਅਲਾਈਨਮੈਂਟ ਹੋਣ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਲਿਕੇਸ਼ਨ ਹੋਣ ਦਾ ਜਿਹੜਾ ਚਾਂਸ ਹੈ ਉਹ ਡਰਾਮੈਟਿਕਲੀ ਘਟ ਜਾਂਦਾ ਹੈ। ਤੇ ਜੇ ਮੈਂ ਗੱਲ ਕਰਾਂ ਕਿ ਅੱਜ ਕੱਲ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ, ਜੇ ਗੱਲ ਕਰੀਏ ਤਾਂ ਡਾਇਬਟੀਜ਼ ਹੋਈ ਜਾਂ ਫਿਰ ਹਾਈਪਰਟੈਂਸ਼ਨ ਹੋਏ ਜਾਂ ਥਾਇਰਾਇਡ ਜਾਂ ਓਬੈਸਿਟੀ ਜਿਹਨੂੰ ਮੋਟਾਪਾ ਕਹਿੰਦੇ ਆਪਾਂ, ਤਾਂ ਇਹ ਸਾਰੀਆਂ ਚੀਜ਼ਾਂ ਇਹਨਾਂ ਜੋ ਡੀਲ ਕਰ ਰਿਹਾ ਕੋਈ ਪੇਸ਼ੈਂਟ, ਤਾਂ ਉਹਦੇ ਲਈ ਇਹ ਫਿਰ ਕੋਈ ਹਾਰਮਫੁਲ ਤਾਂ ਨਹੀਂ ਜਾਂ ਉਹਦੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੈ? ਜਿਹੜੇ ਵੀ ਮਰੀਜ਼, ਜਿਨ੍ਹਾਂ ਵੀ ਮਰੀਜ਼ਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ, ਕਿਸੇ ਨੂੰ ਸ਼ੂਗਰ ਹੈ, ਕਿਸੇ ਦਾ ਵਜ਼ਨ ਜ਼ਿਆਦਾ ਹੈ ਜਾਂ ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੈ, ਮਰੀਜ਼ ਨੂੰ ਆਲਰੇਡੀ ਹੋਰ ਅਲੱਗ-ਅਲੱਗ ਕਿਸਮ ਦੀ ਬਿਮਾਰੀਆਂ ਹੁੰਦੀਆਂ। ਇਸ ਬਿਮਾਰੀਆਂ ਦੇ ਦੌਰਾਨ ਹੁੰਦੇ ਹੋਏ ਜੇ ਆਪਾਂ ਇੱਕ ਨਾਰਮਲ ਵੱਡਾ ਆਪਰੇਸ਼ਨ ਕਰੀਏ ਤਾਂ ਮਰੀਜ਼ ਨੂੰ ਰਿਸਕ ਡੈਫੀਨਿਟਲੀ ਜ਼ਿਆਦਾ ਹੋਏਗਾ। ਜਿਨ੍ਹਾਂ ਮਰੀਜ਼ਾਂ ਨੂੰ ਇਹ ਪ੍ਰੋਬਲਮਸ ਹੁੰਦੀਆਂ, ਹਾਰਟ ਦੀ ਪ੍ਰੋਬਲਮ, ਉਹ ਆਲਰੇਡੀ ਐਟ ਰਿਸਕ ਹੁੰਦੇ ਆ। ਤਾਂ ਆਪਰੇਸ਼ਨ ਜਿੰਨਾ ਘੱਟ ਤੋਂ ਘੱਟ ਸਮੇਂ ਵਿੱਚ ਕੀਤਾ ਜਾਵੇ ਤੇ ਜਿੰਨਾ ਜ਼ਿਆਦਾ ਐਕੂਰੇਟਲੀ ਕੀਤਾ ਜਾਵੇ, ਉਨਾ ਹੀ ਮਰੀਜ਼ ਨੂੰ ਜਿਹੜਾ ਰਿਸਕ ਹੈ ਉਹ ਘਟ ਜਾਂਦਾ। ਹੁਣ ਸਾਡਾ ਜਿਹੜਾ FT3D ਨੀ ਰੀਸਰਫੇਸਿੰਗ ਹੈ, ਇਹ ਆਪਰੇਸ਼ਨ ਇੱਕ ਪਾਸੇ ਦੇ ਜੇ ਅਸੀਂ ਗੋਡੇ ਦੀ ਗੱਲ ਕਰੀਏ ਤਾਂ ਅੰਦਾਜ਼ਨ ਇਹ 20 ਤੋਂ ਲੈ ਕੇ 30 ਮਿੰਟ ਦੇ ਵਿੱਚ ਖਤਮ ਵੀ ਹੋ ਜਾਂਦਾ। ਮਹਿਜ ਅੱਧੇ ਘੰਟੇ ਦਾ ਆਪਰੇਸ਼ਨ ਹੈ। ਹਾਂ, ਉਹਦਾ ਕਾਰਨ ਕਿਉਂਕਿ ਸਾਨੂੰ ਆਪਰੇਸ਼ਨ ਦੇ ਦੌਰਾਨ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੁੰਦੀ। ਅਸੀਂ ਸਿਰਫ ਇੱਕ ਸੈੱਟ ਪਲਾਨ ਨੂੰ ਫੋਲੋ ਕਰਨਾ ਹੁੰਦਾ, ਜੋ ਕਿ ਕੰਪਿਊਟਰ ਵੈਰੀਫਾਈ ਕਰਕੇ ਹੀ ਸਾਨੂੰ ਦਿੰਦਾ। ਇਹ ਕਹਿ ਸਕਦੇ ਹਾਂ ਕਿ ਇਨੀਸ਼ੀਅਲੀ ਤੁਸੀਂ ਹੋਮਵਰਕ ਕਰਦੇ ਹੋ ਪੂਰਾ, ਉਸ ਤੋਂ ਬਾਅਦ ਤੁਸੀਂ ਉਹਨੂੰ ਸਮਾਰਟ ਵਰਕ ਦੇ ਵਿੱਚ ਚੇਂਜ ਕਰ ਦਿੰਦੇ ਹੋ। ਉਹ ਸਿੱਧਾ ਐਗਜ਼ਾਮਪਲ ਜਾਈਏ, ਜੇ ਆਪਾਂ ਸਿੱਧਾ ਕੋਈ ਬਿਲਡਿੰਗ ਬਣਾਉਣੇ ਪਏ ਆ, ਜੇ ਆਪਾਂ ਸਿੱਧਾ ਇੱਟਾਂ ਲਾ ਕੇ ਬਣਾਉਣ ਲੱਗ ਜਾਾਂਗੇ ਤਾਂ ਆਪਾਂ ਨੂੰ ਕਿੰਨੀ ਵਾਰ ਇੱਟਾਂ ਤੋੜਨੀਆਂ ਪੈਣਗੀਆਂ, ਨਕਸ਼ੇ ਚੇਂਜ ਕਰਨੇ ਪੈਣਗੇ। ਜੇ ਆਪਾਂ ਉਹੀ ਇਮਾਰਤ, ਕੋਈ ਬਿਲਡਿੰਗ ਜਾਂ ਕੋਈ ਬ੍ਰਿਜ ਜੇ ਆਪਾਂ ਪਹਿਲਾਂ ਬਲੂਪ੍ਰਿੰਟ ਦੇ ਹਿਸਾਬ ਨਾਲ ਬਣਾਈਏ ਤਾਂ ਆਪਾਂ ਅਕੋਰਡਿੰਗ ਟੂ ਪਲਾਨ ਕਰਦੇ ਹਾਂ। ਉਹਦੇ ਨਾਲ ਜਿਹੜਾ ਹੈ ਬਿਲਡਿੰਗ ਜਿਹੜੀ ਹੈ ਵਧੀਆ ਵੀ ਬਣਦੀ ਹੈ, ਜ਼ਿਆਦਾ ਉਹਦੀ ਬੁਨਿਆਦ ਜ਼ਿਆਦਾ ਸਟਰੋਂਗ ਹੁੰਦੀ ਹੈ ਤੇ ਉਹ ਐਕੂਰੇਟ ਜ਼ਿਆਦਾ ਹੁੰਦੀ ਹੈ। ਇਹੀ ਪ੍ਰਿੰਸੀਪਲ ਅਸੀਂ ਫੋਲੋ ਕਰਦੇ ਹਾਂ FT3D ਨੀ ਰੀਸਰਫੇਸਿੰਗ ਵਿੱਚ, ਜਿਹਦੇ ਵਿੱਚ ਸਾਰੀ ਪਲੈਨਿੰਗ ਪਹਿਲਾਂ ਕੀਤੀ ਜਾਂਦੀ ਹੈ, ਫਿਰ ਆਪਰੇਸ਼ਨ ਕੀਤਾ ਜਾਂਦਾ ਹੈ। ਡਾਕਟਰ ਸਾਹਿਬ, ਇਹ ਟੈਕਨੀਕ ਫਿਰ ਤੁਹਾਡੇ ਹਸਪੀਟਲ ਦੀ ਸਭ ਤੋਂ ਪਹਿਲਾਂ ਆਈ ਤੇ ਉਸ ਤੋਂ ਬਾਅਦ ਹਜੇ ਕਿਸੇ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਕਿ ਹੋਰ ਕਿਸੇ ਹਸਪੀਟਲ ਦੇ ਵਿੱਚ ਇਹ ਟੈਕਨੀਕ ਯੂਜ਼ ਕਰਦੇ ਹੋਣਗੇ, ਤਾਂ ਇਹ ਕੀ ਕਾਰਨ ਹੈ? ਕੋਈ ਹਸਪੀਟਲ ਕਿਉਂ ਨਹੀਂ ਯੂਜ਼ ਕਰ ਰਿਹਾ, ਜਾਂ ਤੁਸੀਂ ਇਹ ਟੈਕਨੀਕ ਨੂੰ ਆਪਾਂ ਕਹਿ ਰਹੀ ਕਿ ਪਾਇਨੀਅਰ ਹੋ? ਇਹ ਟੈਕਨੋਲੋਜੀ ਜਿਹੜੀ ਹੈ, ਇਹ ਟੈਕਨੋਲੋਜੀ ਹੈ ਬੇਸਡ ਅਪਨ ਆਰਟੀਫੀਸ਼ੀਅਲ ਇੰਟੈਲੀਜੈਂਸ, ਯਾਨੀ ਕਿ ਇਹ ਇੱਕ ਹਾਈਲੀ ਸੋਫਿਸਟੀਕੇਟਡ ਸੌਫਟਵੇਅਰ ਹੈ ਜਿਹਦਾ ਅਸੀਂ ਯੂਜ਼ ਕਰਦੇ ਹਾਂ। ਇਹ ਸੌਫਟਵੇਅਰ ਨੂੰ ਯੂਜ਼ ਕਰਨ ਲਈ ਸਭ ਤੋਂ ਪਹਿਲਾਂ ਇੱਕ ਪ੍ਰੋਪਰ ਟ੍ਰੇਨਿੰਗ ਲੈਣੀ ਪੈਂਦੀ ਹੈ। ਇਹ ਨਹੀਂ ਹੈ ਵੀ ਕੋਈ ਵੀ ਸਰਜਨ ਜਾਂ ਕੋਈ ਵੀ ਡਾਕਟਰ ਇਹ ਟੈਕਨੋਲੋਜੀ ਅੱਖ ਬੰਦ ਕਰਕੇ ਅਗਲੇ ਦਿਨ ਤੋਂ ਯੂਜ਼ ਕਰਨਾ ਚਾਹੁੰਦਾ। ਹੁਣ ਮੇਰੀ ਟ੍ਰੇਨਿੰਗ ਜਿਹੜੀ ਹੈ ਉਹ ਜਰਮਨੀ ਦੇ 2 ਵੱਖ-ਵੱਖ ਹਸਪਤਾਲਾਂ ਵਿੱਚ ਹੋਈ ਹੈ। ਜਰਮਨੀ ਵਿੱਚ ਜਦੋਂ ਮੈਂ ਟ੍ਰੇਨਿੰਗ ਕਰਦਾ ਪਿਆ ਸੀ, ਉੱਥੇ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਸੀ ਕਿ ਜੇ ਸੇਮ ਆਪਰੇਸ਼ਨ ਜਿਹੜੇ ਆਪਣੇ ਇੱਥੇ ਭਾਰਤ ਵਿੱਚ ਵੀ ਹੁੰਦੇ ਆ, ਸੇਮ ਆਪਰੇਸ਼ਨ ਉੱਥੇ ਵੀ ਹੁੰਦੇ ਆ, ਉਹੀ ਆਪਰੇਸ਼ਨਸ ਆਪਣੇ ਇੱਥੇ ਵੀ ਹੁੰਦੇ ਆ, ਪਰ ਉੱਥੇ ਜਿਹੜੇ ਮਰੀਜ਼ ਆ ਉਹ ਬੜੀ ਛੇਤੀ ਤੁਰਨ ਲੱਗ ਜਾਂਦੇ ਆ, ਉਹ ਬੜੀ ਛੇਤੀ ਵਾਪਸ ਆਪਣੀ ਨਾਰਮਲ ਲਾਈਫ ਸਟਾਈਲ ਵਿੱਚ ਆ ਜਾਂਦੇ ਆ। ਫਿਰ ਜਿਹੜੇ ਸਾਡੇ ਉੱਥੇ ਪ੍ਰੋਫੈਸਰ ਸੀਗੇ, ਉਸ ਨੇ ਮੈਨੂੰ ਡਿਸਕਸ ਕੀਤਾ ਵੀ ਇੰਨਾ ਫਰਕ ਕਿਉਂ, ਜਦੋਂ ਅਸੀਂ ਸਾਰਾ ਕੁਝ ਸੇਮ ਯੂਜ਼ ਕਰ ਰਹੇ ਹਾਂ, ਸਾਡੀ ਟੈਕਨੀਕੈਲਿਟੀ, ਸਾਡਾ ਜਿਹੜਾ ਭਾਰਤ ਦੇ ਜਿਹੜੇ ਡਾਕਟਰਸ ਹੈ ਉਹ ਸਗੋਂ ਜ਼ਿਆਦਾ ਐਕਸਪੀਰੀਅੰਸਡ ਹੈ, ਫਿਰ ਇਹ ਫਰਕ ਕਿਉਂ? ਉਹਦੇ ਵਿੱਚ ਜਿਹੜਾ ਫਰਕ ਸੀ ਉਹ ਸੀਗਾ ਕਿ ਉੱਥੇ ਬੜੇ ਹੀ ਸਾਲਾਂ ਤੋਂ ਟੈਕਨੋਲੋਜੀ ਨੂੰ ਯੂਜ਼ ਕੀਤਾ ਜਾਂਦਾ ਹੈ ਆਪਰੇਸ਼ਨ ਕਰਨ ਲਈ। ਇੰਡੀਆ ਵਿੱਚ ਆਪਣੇ ਖਾਸ ਕਰ ਪੰਜਾਬ ਵਾਲੇ ਸੂਬੇ ਦੇ ਵਿੱਚ ਨਵੀਂ ਚੀਜ਼ ਨੂੰ ਲੈ ਕੇ, ਨਵੀਂ ਟੈਕਨੋਲੋਜੀ ਨੂੰ ਲੈ ਕੇ ਇੱਕ ਤਰ੍ਹਾਂ ਦਾ ਹੈਜ਼ਿਟੇਸ਼ਨ ਹੁੰਦੀ ਹੈ। ਲੋਕਾਂ ਦੇ ਵਿੱਚ ਇੱਕ ਡਰ ਹੁੰਦਾ ਕਿ ਨਵੀਂ ਚੀਜ਼ ਹੈ, ਠੀਕ ਹੋਊ ਕਿ ਨਹੀਂ ਹੋਊ। ਪਰ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਟੈਕਨੋਲੋਜੀ ਹੈ, ਇਹ ਇੱਕ ਤਰ੍ਹਾਂ ਦਾ ਫੂਲ ਪ੍ਰੂਫ ਮੈਥਡ ਹੈ, ਯਾਨੀ ਕਿ ਕੋਈ ਖਰਾਬੀ ਨਾ ਹੋਣ ਲਈ ਯੂਜ਼ ਕੀਤੀ ਜਾਂਦੀ ਹੈ। ਨਾਰਮਲ ਆਪਰੇਸ਼ਨ ਤਾਂ ਹਰ ਜਗ੍ਹਾ ਹੋ ਹੀ ਰਹੇ ਹੈ, ਬਿਲਕੁਲ, ਪਰ ਉਸੇ ਆਪਰੇਸ਼ਨ ਦੀ ਕੰਪਲਿਕੇਸ਼ਨ ਰੇਟ ਨੂੰ ਘਟਾਉਣ ਵਾਸਤੇ ਇਹ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ। ਤੁਹਾਡਾ ਜਿਹੜਾ ਦੂਜਾ ਸਵਾਲ ਸੀਗਾ ਕਿ ਹੋਰ ਕਿਤੇ ਕਿਉਂ ਨਹੀਂ ਕੀਤਾ ਜਾਂਦਾ ਹੈ, ਹੋਰ ਡਾਕਟਰ ਨਾਰਥ ਇੰਡੀਆ ਵਿੱਚ ਕਿਉਂ ਨਹੀਂ ਯੂਜ਼ ਕਰ ਰਹੇ, ਉਹਦਾ ਰੀਜ਼ਨ ਹੈਗਾ ਇਹਦੇ ਜਿਹੜਾ ਹੈਗਾ ਸੌਫਟਵੇਅਰ ਹੈ, ਇਹ ਇੱਕ ਪੇਟੈਂਟਡ ਸੌਫਟਵੇਅਰ ਹੈ। ਇਹ ਜਰਮਨੀ, ਸਵਿਟਜ਼ਰਲੈਂਡ, ਯੂਰੋਪੀਅਨ ਯੂਨੀਅਨ, ਇੰਗਲੈਂਡ, ਆਸਟ੍ਰੇਲੀਆ, ਰਸ਼ੀਆ, ਇੰਡੀਆ,
ਇਹ ਸਾਰੇ ਦੇਸ਼ਾਂ ਵਿੱਚ ਇੱਕ ਪੇਟੈਂਟਡ ਸੌਫਟਵੇਅਰ ਹੈ। ਤਾਂ ਇਹ ਸੌਫਟਵੇਅਰ ਫ੍ਰੀਲੀ ਡਿਸਟ੍ਰੀਬਿਊਟ ਨਹੀਂ ਹੁੰਦਾਗਾ। ਜਿਨ੍ਹਾਂ ਲੋਕਾਂ ਨੇ ਵੀ ਫੋਰ ਐਗਜ਼ਾਮਪਲ ਜਦੋਂ ਮੈਂ ਜਰਮਨੀ ਵਿੱਚ ਟ੍ਰੇਨਿੰਗ ਕਰ ਰਿਹਾ ਸੀਗਾ ਤਾਂ ਆਈ ਵਾਸ ਪਾਰਟ ਆਫ ਦਾ ਕਲੀਨਿਕਲ ਸਟੱਡੀ। ਤਾਂ ਜਿਨ੍ਹਾਂ ਡਾਕਟਰਾਂ ਨੇ ਵੀ ਟ੍ਰੇਨਿੰਗ ਲਿੱਤੀ ਹੈ ਇਹਨਾਂ ਦੇ, ਜਦੋਂ ਇਹ 15 ਸਾਲ 20 ਸਾਲ ਪਹਿਲਾਂ ਇਹ ਸੌਫਟਵੇਅਰ ਬਣ ਰਿਹਾ ਸੀਗਾ, ਜਿਨ੍ਹਾਂ ਨੇ ਟ੍ਰੇਨਿੰਗ ਲਿੱਤੀ ਹੈ ਉਹੀ ਇਹ ਟੈਕਨੋਲੋਜੀ ਨੂੰ ਸਮਝ ਸਕਦੇ ਆ, ਉਹੀ ਇਹ ਟੈਕਨੋਲੋਜੀ ਨੂੰ ਯੂਜ਼ ਕਰ ਸਕਦੇ ਆ। ਵੈਸੇ ਜੇ ਡਾਕਟਰ ਕਿਸੇ ਹੋਰ ਡਾਕਟਰ ਨੇ ਜੇ ਬਾਏ ਕਰਨਾ ਹੋਵੇ ਤਾਂ ਸੌਫਟਵੇਅਰ ਕੋ ਪਹਿਲਾਂ ਟ੍ਰੇਨਿੰਗ ਜ਼ਰੂਰੀ ਹੈ? ਨਹੀਂ, ਹੁਣ ਅਸੀਂ ਬੜਾ ਨਿਕਟ ਭਵਿੱਖ ਵਿੱਚ ਹੀ ਅਸੀਂ ਨਾਰਥ ਇੰਡੀਆ ਦੇ, ਖਾਸ ਕਰ ਪੰਜਾਬ ਸੂਬੇ ਦੇ ਜੂਨੀਅਰ ਡਾਕਟਰਾਂ ਨੂੰ ਅਸੀਂ ਕਾਨਫਰੰਸ ਦੀ ਅਸੀਂ ਪਲੈਨਿੰਗ ਕਰਦੇ ਪਏ ਹਾਂ, ਜਿਹਦੇ ਵਿੱਚ ਜਿਹੜੇ ਜੂਨੀਅਰ ਡਾਕਟਰ ਹੈ ਉਹ ਸ਼ੁਰੂ ਤੋਂ ਹੀ ਇਹ ਟੈਕਨੋਲੋਜੀ ਨੂੰ ਵਰਤਣਾ ਸਿੱਖ ਸਕਣ। ਇਟ ਇਜ਼ ਨਾਟ ਪੋਸੀਬਲ, ਇਹ ਪੋਸੀਬਲ ਨਹੀਂ ਹੈਗਾ ਕਿ ਇਹ ਹਫਤੇ ਵਿੱਚ ਜਾਂ 10 ਦਿਨ ਦੇ ਵਿੱਚ ਕੋਈ ਕੰਪਿਊਟਰ ਦੇ ਤਰ੍ਹਾਂ ਆਪਾਂ ਜਿਵੇਂ ਲੈਪਟਾਪ ਦੇਖ ਲੈਂਦੇ ਆ ਇਸ ਤਰ੍ਹਾਂ ਨਹੀਂ ਸਿੱਖੀ ਜਾ ਸਕਦੀ। ਇਹਦੇ ਵਿੱਚ ਕਿਉਂਕਿ ਮਰੀਜ਼ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਤਾਂ ਬੜੇ ਸਾਲ ਲੱਗਦੇ ਆ, ਬੜੇ ਹੀ ਐਕਸਪੀਰੀਅੰਸ ਤੋਂ ਬਾਅਦ ਹੀ ਇਹ ਟੈਕਨੋਲੋਜੀ ਕਿਸੇ ਨੂੰ ਯੂਜ਼ ਕਰਨ ਵਾਸਤੇ ਅਲਾਉ ਕੀਤੀ ਜਾਂਦੀ ਹੈ। ਇੱਕ ਡਾਕਟਰ ਸਾਹਿਬ ਪੋਸਟ ਆਪਰੇਸ਼ਨ ਕੀ ਚੇਂਜਸ ਹੁੰਦੇ ਆ, ਜੇ ਮੈਂ ਪੁੱਛਾਂ ਪੇਸ਼ੈਂਟ ਦੀ ਲਾਈਫ ਦੇ ਵਿੱਚ, ਜਾਂ ਕੀ ਉਹਨੂੰ ਪ੍ਰੀਕਾਸ਼ਨ ਲੈਣੇ ਪੈਂਦੇ ਨੇ ਤੇ ਕਿੰਨਾ ਟਾਈਮ ਲੈਣੇ ਪੈਂਦੇ ਨੇ? FT3D ਨੀ ਰਿਸਰਫੇਸਿੰਗ ਤੋਂ ਬਾਅਦ ਤੁਸੀਂ ਬਿਲੀਵ ਨਹੀਂ ਕਰੋਗੇ, ਸਾਡੇ ਜ਼ਿਆਦਾਤਰ ਮਰੀਜ਼ ਹੈ ਉਹ 3-4 ਘੰਟੇ ਤੋਂ ਬਾਅਦ ਖੜੇ ਹੋ ਕੇ ਆਪਣੇ ਗੋਡਿਆਂ ਦੇ ਉੱਤੇ, ਆਪਣੀ ਲੱਤਾਂ ਦੇ ਉੱਤੇ, ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ ਚੱਲਣਾ ਸ਼ੁਰੂ ਕਰ ਦਿੰਦੇ ਆ। ਦੂਸਰੇ ਜੇ ਪੁਰਾਣੀ ਦੀ ਗੱਲ ਕਰੀ ਤਾਂ ਫਿਰ ਮੈਨੂੰ ਲੱਗਦਾ 1-2 ਦਿਨ ਲੱਗਦੇ ਸੀ। 24 ਤੋਂ 48 ਘੰਟੇ ਲੱਗਦੇ। 3-4 ਘੰਟੇ ਤੋਂ ਬਾਅਦ ਇੱਕ ਮਰੀਜ਼ ਜਿਹੜਾ ਪਿਛਲੇ 6 ਮਹੀਨਿਆਂ ਤੋਂ ਵੀਲਚੇਅਰ ਤੇ ਬੈਠਾ ਹੋਵੇ ਜਾਂ ਬੈੱਡ ਰਿਡਨ ਹੋਵੇ, ਉਹਦੇ ਵਾਸਤੇ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਇਹੀ ਸਾਡਾ ਮਕਸਦ ਹੈ ਕਿ ਪੇਸ਼ੈਂਟ ਨੂੰ ਕਿੰਨੀ ਛੇਤੀ ਆਪਦੀ ਨਾਰਮਲ ਲਾਈਫ ਸਟਾਈਲ ਵਿੱਚ ਲੈ ਕੇ ਆ ਜਾ ਸਕੇ, ਨਾ ਕਿ ਉਹਨੂੰ ਹੋਰ ਰਿਸਟ੍ਰਿਕਟ ਕਰ ਦਿੱਤਾ ਜਾਵੇ। ਇਹ ਆਪਰੇਸ਼ਨ ਤੋਂ ਬਾਅਦ ਪੇਸ਼ੈਂਟ 3-4 ਘੰਟੇ ਤੋਂ ਬਾਅਦ ਕੁਝ ਕਦਮ ਲੈ ਕੇ ਚੱਲਣਾ ਸ਼ੁਰੂ ਕਰ ਦਿੰਦੇ ਆ। ਆਫ ਕੋਰਸ ਸ਼ੁਰੂਆਤ ਵਿੱਚ ਥੋੜੀ ਸਪੋਰਟ ਦੀ ਲੋੜ ਪੈਂਦੀ ਹੈ। ਅਗਲੇ ਦਿਨ ਤੋਂ, ਆਪਰੇਸ਼ਨ ਤੋਂ ਅਗਲੇ ਹੀ ਦਿਨ ਤੋਂ ਬਾਥਰੂਮ ਟਾਇਲਟ ਜਾਣਾ ਮਰੀਜ਼ ਦਾ ਸ਼ੁਰੂ ਹੋ ਜਾਂਦਾ ਤੇ ਬਹੁਤ ਕੰਫਰਟੇਬਲੀ ਆਪਣੇ ਬਾਥਰੂਮ ਟਾਇਲਟ ਜਾਣਾ ਸ਼ੁਰੂ ਕਰ ਦਿੰਦੇ ਆ। ICU ਵਿੱਚ ਪੇਸ਼ੈਂਟ ਨੂੰ ਰੱਖਣ ਦੀ ਕੋਈ ਲੋੜ ਨਹੀਂ ਹੁੰਦੀ। ਹੁਣ ਤੁਸੀਂ ਸੁਣਿਆ ਹੋਵੇਗਾ ਨੀ ਰਿਪਲੇਸਮੈਂਟ ਦੇ ਆਪਰੇਸ਼ਨ ਤੋਂ ਬਾਅਦ ICU 'ਚ ਰੱਖਿਆ 1 ਜਾਂ 2 ਦਿਨਾਂ ਵਾਸਤੇ ICU 'ਚ ਰੱਖਣਾ ਪੈਂਦਾ ਮਰੀਜ਼ਾਂ ਨੂੰ, ਕਿਉਂਕਿ ਉਹ ਬਹੁਤ ਵੱਡਾ ਆਪਰੇਸ਼ਨ ਹੁੰਦਾ, ਕੰਪਲਿਕੇਸ਼ਨ ਹੋਣ ਦੇ ਰਿਸਕ ਜ਼ਿਆਦਾ ਹੁੰਦੇ ਆ। FT3D ਨੀ ਰਿਸਰਫੇਸਿੰਗ ਵਿੱਚ ਨਾ ਤਾਂ ਪੇਸ਼ੈਂਟ ਨੂੰ ICU ਵਿੱਚ ਰੱਖਣ ਦੀ ਲੋੜ ਹੁੰਦੀ ਹੈ, ਨਾ ਹੀ ਪੇਸ਼ੈਂਟ ਨੂੰ ਕੋਈ ਖੂਨ ਚੜਾਉਣ ਦੀ ਲੋੜ ਹੁੰਦੀ ਹੈ। ਇੱਥੋਂ ਤੱਕ ਕਿ ਜਿਹੜਾ ਚੀਰੇ ਦਾ ਸਾਈਜ਼ ਹੈ ਉਹ ਨਾਰਮਲ ਆਪਰੇਸ਼ਨ ਤੋਂ ਅੱਧੇ ਤੋਂ ਵੀ ਛੋਟਾ ਹੈ, ਤੇ ਨਾ ਹੀ ਇਹਦੇ ਉੱਤੇ ਕੋਈ ਟਾਂਕੇ ਲਗਾਉਣ ਦੀ ਲੋੜ ਹੁੰਦੀ ਹੈ। ਯਾਨੀ ਕਿ ਬਾਅਦ ਵਿੱਚ ਆਪਰੇਸ਼ਨ ਤੋਂ ਬਾਅਦ ਟਾਂਕੇ ਕਢਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਹੁੰਦੀ। ਫਿਰ ਜਦੋਂ ਚੀਰਾ ਆ ਜਾਂਦਾ ਤਾਂ ਉਹਨੂੰ ਫਿਰ ਅਟੈਚ ਕਿੱਦਾਂ ਕੀਤਾ ਜਾਂਦਾ? ਅੱਜ ਕੱਲ ਸਪੈਸ਼ਲਾਈਜ਼ਡ ਸਿਊਚਰਸ ਆਉਂਦੇ ਜਿਹਨਾਂ ਨੂੰ ਆਪਾਂ ਡਿਸੋਲੂਬਲ ਸਿਊਚਰਸ ਕਹਿੰਦੇ ਆ। ਉਹ ਚਮੜੀ ਦੇ ਉੱਪਰ ਲੱਗਣ ਦੀ ਬਜਾਏ ਚਮੜੀ ਦੇ ਅੰਦਰ ਲੱਗਦੇ ਆ। ਤਾਂ ਅਸੀਂ ਜਦੋਂ ਆਪਰੇਸ਼ਨ ਖਤਮ ਕਰਦੇ ਆ ਤਾਂ ਅਸੀਂ ਚਮੜੀ ਦੇ ਅੰਦਰ ਹੀ ਉਹ ਟਾਂਕੇ ਉਹਨਾਂ ਦੇ ਅੰਦਰ ਫਿੱਟ ਕਰ ਦਿੰਦੇ ਆ, ਤਾਂ ਕਿ ਬਾਅਦ ਵਿੱਚ ਟਾਂਕੇ ਕਢਾਉਣ ਦੀ ਲੋੜ ਨਾ ਪਵੇ, ਉਹ ਆਪਣੇ ਆਪ ਹੀ ਅੰਦਰ ਹੀ ਘੁਲ ਜਾਣ। ਇੱਕ ਡਾਕਟਰ ਸਾਹਿਬ, ਜਦੋਂ ਮੈਂ ਪੁੱਛਿਆ ਕਿ ਪ੍ਰੀਕਾਸ਼ਨ ਕੀ ਯੂਜ਼ ਕਰਨਾ ਪੈਂਦਾ, ਜਾਂ ਪ੍ਰੀ ਆਪਰੇਸ਼ਨ ਦੀ ਗੱਲ ਕਰਾਂ ਜਾਂ ਪੋਸਟ ਆਪਰੇਸ਼ਨ ਤੋਂ ਬਾਅਦ ਕੀ ਕੋਈ ਨੂੰ ਲਾਈਫ ਸਟਾਈਲ ਦੇ ਵਿੱਚ ਕੀ ਚੇਂਜਸ ਆਉਂਦੇ, ਜਿਹੜੇ ਉਹਦੀ ਪੁਰਾਣੀ ਰੂਟੀਨ ਸੀ ਉਹ ਤੋਂ ਕੋਈ ਅਲੱਗ ਹੁੰਦਾ ਹੈ, ਜਾਂ ਫਿਰ ਉਹ ਵੀ ਉਸ ਤਰ੍ਹਾਂ ਦਾ ਲਾਈਫ ਸਟਾਈਲ ਜੀ ਸਕਦਾ? ਨਾਰਮਲੀ ਤਾਂ ਜਿਹੜੇ ਮਰੀਜ਼ ਆਪਰੇਸ਼ਨ ਤੋਂ ਪਹਿਲਾਂ ਕਾਫੀ ਹੱਦ ਤੱਕ ਬਿਮਾਰ ਹੁੰਦੇ ਆ, ਕਾਫੀ ਹੱਦ ਤੱਕ ਤੁਰਨਾ ਫਿਰਨਾ ਬੰਦ ਕਰ ਚੁੱਕੇ ਹੁੰਦੇ ਆ, ਉਹਨਾਂ ਵਾਸਤੇ ਤਾਂ ਆਪਰੇਸ਼ਨ ਤੋਂ ਬਾਅਦ ਸਭ ਕੁਝ ਕਰਨਾ, ਤੁਰਨਾ ਫਿਰਨਾ, ਪੌੜੀਆਂ ਚੜ੍ਹਨਾ ਸਭ ਕੁਝ ਬਹੁਤ ਆਸਾਨ ਹੋ ਜਾਂਦਾ। ਜਿਹੜੇ 2-3 ਪ੍ਰੀਕਾਸ਼ਨਸ ਹੁੰਦੇ ਆ ਜਾਂ ਜਿਹੜੀਆਂ ਅਸੀਂ ਚੀਜ਼ਾਂ ਕਹਿੰਦੇ ਆ ਵੀ ਇਹ ਘੱਟ ਤੋਂ ਘੱਟ ਤੁਸੀਂ ਕਰਨੀਆਂ, ਉਹ ਹੈ ਇੱਕ ਤਾਂ ਇੰਡੀਅਨ ਸਟਾਈਲ ਟਾਇਲਟ ਅਸੀਂ ਅਵੋਇਡ ਕਰਨਾ। ਪੇਸ਼ੈਂਟ ਨੂੰ ਅਸੀਂ ਸਲਾਹ ਦਿੰਦੇ ਆ ਕਿ ਇੰਡੀਅਨ ਸਟਾਈਲ ਤੁਸੀਂ ਟਾਇਲਟ ਨਾ ਯੂਜ਼ ਕਰੋ। ਕਾਰਨ ਉਹਦੇ, ਜਦੋਂ ਆਪਾਂ ਇੰਡੀਅਨ ਸਟਾਈਲ ਟਾਇਲਟ ਯੂਜ਼ ਕਰਦੇ ਆ ਤਾਂ ਨਵੇਂ ਗੋਡਿਆਂ ਦੇ ਉੱਤੇ, ਨਵੇਂ ਆਪਰੇਸ਼ਨ ਤੋਂ ਬਾਅਦ ਗੋਡਿਆਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ, ਜ਼ਿਆਦਾ ਸਟ੍ਰੈਸ ਪੈਂਦੀ ਹੈ। ਤਾਂ ਉਹਦੇ ਨਾਲ ਜਿਹੜਾ ਆਪਰੇਸ਼ਨ ਹੈ ਉਹਦੀ ਬੁਨਿਆਦ ਵੀਕ ਹੁੰਦੀ ਹੈ, ਤਾਂ ਉਹਦੀ ਲਾਈਫ ਜਿਹੜੀ ਘੱਟ ਹੁੰਦੀ ਹੈ। ਦੂਸਰਾ ਜਿਹੜੀ ਇੱਕ ਪ੍ਰੀਕਾਸ਼ਨ ਲੈਣੀ ਪੈਂਦੀ ਪੇਸ਼ੈਂਟ ਨੂੰ, ਉਹ ਹੈ ਕਿ ਕੋਈ ਵੀ ਕੰਟੈਕਟ ਸਪੋਰਟਸ ਜਿਵੇਂ ਕਿ ਕਬੱਡੀ ਜਾਂ ਕੋਈ ਫੁੱਟਬਾਲ ਜਾਂ ਭੱਜ ਨੱਠ ਵਾਲਾ ਕੰਮ ਜਿਹੜਾ ਹੈ ਉਹ ਸਭ ਤੁਸੀਂ ਅਵੋਇਡ ਕਰਨਾ ਹੁੰਦਾ। ਲੇਕਿਨ ਰੋਜ਼ਮर्रा ਦੀ ਜਿਹੜੀ ਤੁਸੀਂ ਨਾਰਮਲ ਕੰਮਕਾਰ ਕਰਨੇ ਆ, ਤੁਸੀਂ ਕਾਰ ਚਲਾਉਣੀ ਹੈ, ਤੁਸੀਂ ਸੈਰ ਕਰਨੀ ਹੈ, ਪੌੜੀਆਂ ਚੜ੍ਹਨਾ ਹੈ, ਘਰ ਦੇ ਅੰਦਰ ਕੰਮ ਕਰਨਾ ਹੈ, ਆਉਣਾ ਜਾਣਾ ਉਹ ਲੱਗਿਆ ਰਹੂ, ਆਉਣਾ ਜਾਣਾ, ਖੇਤਾਂ 'ਚ ਜਾ ਕੇ ਕੰਮ ਕਰਨਾ ਹੈ, ਉੱਚੀ ਨੀਵੀਂ ਜਗ੍ਹਾ ਤੇ। ਆਪਣੇ ਕਈ ਮਰੀਜ਼ ਆਪਣੇ ਪੰਜਾਬ ਸੂਬੇ ਤੋਂ ਆਉਂਦੇ ਆ, ਜਿਵੇਂ ਸਟੇਜ ਵਗੈਰਾ ਚੜ੍ਹਨੀ ਆ, ਪੌੜੀਆਂ ਚੜ੍ਹਨਾ, ਈਵਨ ਜਿਨ੍ਹਾਂ ਦੀ ਫੋਰ ਐਗਜ਼ਾਮਪਲ ਖੇਤੀਬਾੜੀ ਦਾ ਕੰਮ, ਹੁਣ ਆਪਰੇਸ਼ਨ ਤੋਂ ਬਾਅਦ ਜੇ ਉਹਨਾਂ ਦੀ ਖੇਤੀਬਾੜੀ ਕੰਮ ਆਪਾਂ ਬੰਦ ਹੀ ਕਰ ਦਾਂਗੇ ਤਾਂ ਉਹਦਾ ਪ੍ਰੋਬਲਮ ਹੀ ਸੋਲਵ ਨਹੀਂ ਹੋਏਗੀ। ਤਾਂ ਖੇਤੀਬਾੜੀ ਵਾਲੇ ਜਿਹੜੇ ਆਪਣੇ ਕਿਸਾਨ ਭਰਾ ਹੈਗੇ, ਆਪਰੇਸ਼ਨ ਤੋਂ ਬਾਅਦ ਵਾਪਸ ਆਪਣੇ ਖੇਤਾਂ ਵਿੱਚ ਜਾ ਕੇ ਨਾਰਮਲ ਪੈਲੀ ਵਾਲਾ ਕੰਮ ਕਰਨਾ, ਤਾਂ ਉਹ ਨਾਰਮਲ ਕੰਮ ਕਰਨਾ ਸ਼ੁਰੂ ਕਰ ਦਿੰਦੇ। ਤੇ ਜੇ ਮੈਂ ਡਾਕਟਰ ਸਾਹਿਬ ਪੁੱਛਾਂ, ਕਿਉਂਕਿ ਜਿਹੜੀ ਟੈਕਨੀਕ ਤੁਸੀਂ ਲੈ ਕੇ ਆਏ ਹੋ, ਇਹ ਫਿਰ ਤੁਸੀਂ ਹੁਣ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਜਾਣ ਲਈ ਜਾਂ ਇਸ ਨੂੰ ਐਂਡੋਰਸ ਕਰਨ ਲਈ ਇਸ ਦਾ ਤੁਸੀਂ ਸੈਮੀਨਾਰ ਵਗੈਰਾ ਲਾਓਗੇ? ਸਾਡਾ ਹਮੇਸ਼ਾ ਤੋਂ ਇਹੀ ਇੱਕ ਮੋਟਿਵ ਰਿਹਾ ਹੈ ਕਿ ਅਸੀਂ ਆਪਣੇ ਨਾਰਥ ਇੰਡੀਆ ਵਿੱਚ ਅਵੇਅਰਨੈਸ ਕ੍ਰੀਏਟ ਕਰੀਏ। ਹਲੇ ਵੀ ਮਰੀਜ਼ਾਂ ਦਾ ਜਿਹੜਾ ਭਰੋਸਾ ਹੈ ਜਾਂ ਜਿਹੜਾ ਹੈ ਉਹ ਸਭ ਜੁੜਿਆ ਹੋਇਆ ਪੁਰਾਣੇ ਆਪਰੇਸ਼ਨ ਦੇ ਨਾਲ, ਬਿਕੋਜ਼ ਉਹਨਾਂ ਨੇ ਰਿਜ਼ਲਟ ਦੇਖੇ ਹੋਏ। ਹੁਣ ਅਸੀਂ ਵੀ ਹਜ਼ਾਰਾਂ ਆਪਰੇਸ਼ਨ ਕੀਤੇ ਆ,
ਅਸੀਂ ਹਮੇਸ਼ਾ ਮਰੀਜ਼ਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਡਿਸੀਜਨ ਲੈਣ ਤੋਂ ਪਹਿਲਾਂ ਇੱਕ ਵਾਰੀ ਸਾਨੂੰ ਮਿਲੋ, ਆ ਕੇ ਸਾਡੇ ਮਰੀਜ਼ਾਂ ਨੂੰ ਮਿਲੋ, ਤੇ ਫਿਰ ਦੋਨਾਂ ਵਿੱਚ ਡਿਫਰੈਂਸ਼ੀਏਟ ਕਰੋ, ਦੋਨਾਂ ਵਿੱਚ ਫਰਕ ਤੁਹਾਨੂੰ ਪਤਾ ਚੱਲੇਗਾ, ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਇੱਕ ਬੈਟਰ ਆਪਸ਼ਨ ਹੈਗਾ, ਬੈਟਰ ਆਪਰੇਸ਼ਨ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਕਾਨਫਰੰਸ ਲਾਈਏ, ਅਸੀਂ ਕੈਂਪ ਲਗਾਉਂਦੇ ਹਾਂ, ਅਸੀਂ ਕਈ ਜਗ੍ਹਾ ਤੇ ਪੈਰੀਫਰਲ ਓਪੀਡੀਜ਼ ਵਿੱਚ ਜਾਂਦੇ ਹਾਂ, ਜੂਨੀਅਰ ਡਾਕਟਰਸ ਨੂੰ ਅਸੀਂ ਕਾਨਫਰੰਸਾਂ ਤੇ ਇੱਥੇ ਟ੍ਰੇਨਿੰਗ ਦੇਣ ਵਾਸਤੇ ਬੁਲਾਉਂਦੇ ਹਾਂ, ਤਾਂ ਕਿ ਇਹ ਟੈਕਨੋਲੋਜੀ ਆਪਣੇ ਪੰਜਾਬ ਸੂਬੇ ਵਿੱਚ ਤੇ ਸਾਰੇ ਨਾਰਥ ਇੰਡੀਆ ਵਿੱਚ ਫ੍ਰੀਲੀ ਸਰਕੂਲੇਟ ਹੋਵੇ ਤੇ ਜ਼ਿਆਦਾ ਮਰੀਜ਼ ਜਿਹੜੇ ਹੈ ਇਸ ਦਾ ਫਾਇਦਾ ਲੈ ਸਕਣ। ਇੱਕ ਡਾਕਟਰ ਸਾਹਿਬ, ਇੱਕ ਲੀਗਾਮੈਂਟ ਦੀ ਵੀ ਬਹੁਤ ਪ੍ਰੋਬਲਮ ਆਉਂਦੀ ਹੈਗੀ, ਤਾਂ ਇਹ ਕੀ ਟੈਕਨੋਲੋਜੀ ਲੀਗਾਮੈਂਟ ਜੋ ਮਿਸਪਲੇਸ ਹੋ ਜਾਂਦਾ ਉਹਦੇ ਵਿੱਚ ਵੀ ਵਰਤੀ ਜਾਂਦੀ ਹੈ, ਜਾਂ ਸਿਰਫ ਇਹ ਜਿਹੜੇ ਆਪਣੇ ਗੋਡਿਆਂ ਦਾ ਆਪਾਂ ਕਹਿ ਦਈਏ ਜੋ ਕਾਰਡੀਏ ਜਿਹਨੂੰ ਆਪਾਂ ਕਹਿੰਦੇ ਆ ਕਿ ਗਰੀਸ ਆਪਾਂ ਸੌਖੇ ਸ਼ਬਦਾਂ 'ਚ ਕਹਿ ਲਈਏ, ਜਦੋਂ ਖਤਮ ਹੈ ਜਾਂ ਉਦੋਂ ਹੀ ਇਹ ਯੂਜ਼ ਕੀਤੀ ਜਾਂਦੀ ਹੈ? ਇਹ ਟੈਕਨੋਲੋਜੀ ਲੀਗਾਮੈਂਟ ਰਿਪੇਅਰ ਕਰਨ ਵਾਸਤੇ ਨਹੀਂ ਯੂਜ਼ ਹੁੰਦੀ ਗੀ। ਇਹ ਟੈਕਨੋਲੋਜੀ ਜਿਹੜੀ ਹੈ ਇਹ ਜਦੋਂ ਆਪਣੇ ਗੋਡਿਆਂ ਦੇ ਅੰਦਰ, ਜਿਹਨੂੰ ਆਪਾਂ ਸਮਝਾਉਣ ਵਾਸਤੇ ਸਰਲ ਭਾਸ਼ਾ ਵਿੱਚ ਆਪਾਂ ਗਰੀਸ ਕਹਿ ਦਿੰਦੇ ਹਾਂ, ਮੈਡੀਕਲ ਟਰਮੀਨੋਲੋਜੀ ਵਿੱਚ ਗਰੀਸ ਨੂੰ ਕਾਰਟਿਲੇਜ ਕਹਿੰਦੇ ਆ। ਉਹ ਇੱਕ ਬਹੁਤ ਸਖਤ ਮਟੀਰੀਅਲ ਹੁੰਦਾ, ਇੱਕ ਪਰਤ ਹੁੰਦੀ ਹੈ ਆਪਣੇ ਗੋਡਿਆਂ ਦੀ ਹੱਡੀਆਂ ਦੇ ਉੱਤੇ, ਜਿਹੜੀ ਕਿ ਜ਼ਿੰਦਗੀ ਵਿੱਚ ਸਿਰਫ ਇੱਕ ਵਾਰੀ ਬਣਦੀ ਹੈ ਜਦੋਂ ਆਪਾਂ ਪੈਦਾ ਹੁੰਦੇ ਹਾਂ। ਉਮਰ ਦੇ ਨਾਲ ਜਾਂ ਕਿਸੇ ਸੱਟ ਲੱਗਣ ਕਾਰਨ ਜਦੋਂ ਇਹੀ ਪਰਤ, ਕਾਰਟਿਲੇਜ ਦੀ ਪਰਤ ਜਦੋਂ ਘਿਸਣ ਲੱਗ ਜਾਂਦੀ ਹੈ, ਟੁੱਟਣ ਲੱਗ ਜਾਂਦੀ ਹੈ, ਤੇ ਇਹਨੂੰ ਆਪਾਂ ਕਹਿੰਦੇ ਹਾਂ ਗੋਡੇ ਖਰਾਬ ਹੋਣਾ ਸ਼ੁਰੂ ਹੋ ਗਏ। ਤਾਂ ਅਸਲੀਅਤ ਵਿੱਚ ਗੋਡੇ ਨਹੀਂ ਖਰਾਬ ਹੋ ਰਹੇ ਹੁੰਦੇ, ਕੋਈ ਗਰੀਸ ਨਹੀਂ ਖਤਮ ਹੋ ਰਹੀ ਹੁੰਦੀ, ਅਸਲੀਅਤ ਵਿੱਚ ਤਾਂ ਕਾਰਟਿਲੇਜ ਜਿਹੜਾ ਉਹ ਟੁੱਟ ਰਿਹਾ ਹੁੰਦਾ। ਅਸੀਂ ਇਸ ਆਪਰੇਸ਼ਨ ਤੋਂ ਬਾਅਦ ਬੋਨਸ ਦੀ ਫ੍ਰਿਕਸ਼ਨ ਹੁੰਦੀ ਰਹਿੰਦੀ ਤੇ ਹਾਂ, ਜਦੋਂ ਇੱਕ ਵਾਰੀ ਉਹਦੀ ਜਿਹੜੀ ਬਚਾਉਣ ਵਾਲੀ ਜਿਹੜੀ ਪਰਤ ਉਹ ਖਤਮ ਹੋ ਗਈ, ਫੜੇ ਹੱਡੀਆਂ ਰਗੜ ਖਾਣ ਲੱਗ ਜਾਂਦੀਆਂ ਆਪਸ ਵਿੱਚ। ਅਸੀਂ ਹੁਣ ਆਪਰੇਸ਼ਨ ਕਰਕੇ ਕੀ ਕਰਨਾ, ਇਹੀ ਕਾਰਟਿਲੇਜ ਨੂੰ ਅਸੀਂ, ਜਿਹੜੀ ਕਾਰਟਿਲੇਜ ਦੀ ਪਰਤ ਹੈ ਉਹਦੀ ਜਗ੍ਹਾ ਤੇ ਅਸੀਂ ਇੱਕ ਮੈਟਲ ਦੀ ਆਰਟੀਫੀਸ਼ੀਅਲ ਇੱਕ ਪਰਤ ਚੜਾ ਦੇਣੀ ਹੈ, ਜਿਹਦੇ ਕਰਕੇ ਹੱਡੀਆਂ ਵਾਪਸ ਵਿੱਚ ਰਗੜ ਖਾਣਾ ਬੰਦ ਕਰ ਦਿੰਦੀਆਂ ਤੇ ਮਰੀਜ਼ ਦੀ ਜ਼ਿੰਦਗੀ ਵਾਪਸ ਨਾਰਮਲ ਹੋ ਜਾਂਦੀ। ਅੱਛਾ ਡਾਕਟਰ ਸਾਹਿਬ, ਜਦੋਂ ਆਪਰੇਸ਼ਨ ਹੋ ਜਾਂਦਾ ਤਾਂ ਉਸ ਤੋਂ ਬਾਅਦ ਕਿੰਨਾ ਸਮਾਂ ਜਿਹੜਾ ਜੇ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਸਕਸੈਸਫੁਲ ਰਹਿੰਦਾ? ਕਿਉਂਕਿ ਇਹ ਵੀ ਇੱਕ ਜਦੋਂ ਪੇਸ਼ੈਂਟ ਨੇ ਆਉਣਾ ਤਾਂ ਉਹਦੇ ਮਨ 'ਚ ਬਹੁਤ ਸਵਾਲ ਹੁੰਦੇ ਨੇ, ਬਹੁਤ ਕੰਪਲਿਕੇਸ਼ਨ ਹੁੰਦੀ ਹੈ। ਇੱਕ ਤਾਂ ਨਵੀਂ ਟੈਕਨੀਕ ਹੈ, ਉਹ ਛੇਤੀ ਜਿਹੜਾ ਰਿਲਾਈ ਨਹੀਂ ਕਰ ਪਾਉਂਦਾ ਉਹ ਗੱਲਾਂ ਤੇ, ਪਰ ਜੇ ਆਪਾਂ ਕਹੀਏ ਤਾਂ ਇਹ ਕਿੰਨਾ ਸਮਾਂ ਜਿਹੜਾ ਇਹਨਾਂ ਦਾ ਕਿੰਨਾ ਡਿਊਰੇਸ਼ਨ ਟਾਈਮ ਪੀਰੀਅਡ ਲੈ ਕੇ ਇਹ ਖਰਾਬ ਨਹੀਂ ਹੁੰਦੀ, ਜਾਂ ਟੈਕਨੀਕ ਉਵੇਂ ਹੀ ਰਹਿੰਦੀ ਹੈ, ਜਾਂ ਫਿਰ ਇਹ ਦੁਬਾਰਾ ਵੀ ਹੋ ਜਾਂਦੀ ਹੈ ਜੇ ਪ੍ਰੋਬਲਮ ਆਵੇ? ਪਹਿਲੀ ਗੱਲ ਤਾਂ ਮੈਂ ਇਹ ਡਿਫਰੈਂਸ਼ੀਏਟ ਕਰਨਾ ਚਾਹੁੰਦਾ ਹਾਂ ਕਿ ਇਹ ਨਵੀਂ ਟੈਕਨੋਲੋਜੀ ਹੈ ਪੁਰਾਣੇ ਆਪਰੇਸ਼ਨ ਨੂੰ ਇੰਪਰੂਵ ਕਰਨ ਲਈ। ਇਹ ਕੋਈ ਨਵਾਂ ਆਪਰੇਸ਼ਨ ਨਹੀਂ ਹੈਗਾ। ਪੁਰਾਣਾ ਆਪਰੇਸ਼ਨ ਜਿਹੜਾ ਕਿ ਪਹਿਲਾਂ ਹੀ ਬੜੇ ਸਾਲਾਂ ਤੋਂ ਹੋ ਰਿਹਾ ਹੈ, ਜਿਹਦੇ ਵਿੱਚ ਕੰਪਲਿਕੇਸ਼ਨਸ ਜਿਹੜੀਆਂ ਉਹ ਜ਼ਿਆਦਾ ਹੋ ਜਾਂਦੀਆਂ, ਜਿਹਦੇ ਵਿੱਚ ਮਰੀਜ਼ ਨੂੰ ਦਰਦ ਜ਼ਿਆਦਾ ਹੁੰਦਾ ਹੈ, ਜਿਹਦੇ ਵਿੱਚ ਮਰੀਜ਼ ਨੂੰ ਖੂਨ ਚੜਾਉਣਾ ਪੈਂਦਾ, ਜਿਹਦੇ ਵਿੱਚ ਮਰੀਜ਼ ਦੇ ਟਾਂਕੇ ਲਗਾਉਣੇ ਪੈਂਦੇ ਆ, ਆਈਸੀਯੂ ਵਿੱਚ ਰੱਖਣਾ ਪੈਂਦਾ। ਇਹ ਉਹੀ ਪੁਰਾਣੇ ਆਪਰੇਸ਼ਨ ਨੂੰ ਕੰਪਿਊਟਰਾਈਜ਼ਡ ਜੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਕੰਪਿਊਟਰ ਦੀ ਮਦਦ ਦੇ ਨਾਲ ਕੀਤਾ ਜਾਵੇ ਤਾਂ ਇਹ ਜ਼ਿਆਦਾ ਐਕੂਰੇਟਲੀ ਕੀਤਾ ਜਾਂਦਾ। ਯਾਨੀ ਕਿ ਇੱਕ ਪੁਰਾਣੇ ਆਪਰੇਸ਼ਨ ਦਾ ਇੱਕ ਇਹ ਬੈਟਰ ਵਰਜ਼ਨ ਹੈ, ਨਵਾਂ ਵਰਜ਼ਨ ਹੈ, ਨਵੇਂ ਤਰੀਕੇ ਦੇ ਨਾਲ ਕੰਪਿਊਟਰ ਦੀ ਮਦਦ ਦੇ ਨਾਲ ਇਹ ਕੀਤੇ ਜਾਂਦੇ ਆ। ਦੂਜਾ ਸਵਾਲ ਜਿਹੜਾ ਤੁਹਾਡਾ ਹੈ ਕਿ ਇਹਦੀ ਬੁਨਿਆਦ ਕਿੰਨੀ ਹੈ, ਕਿੰਨੇ ਸਾਲ ਤੁਹਾਡੇ ਨਾਲ ਰਹੇਗਾ। ਐਵਰੇਜ ਲਾਈਫ ਜਿਹੜੇ ਅੱਜ ਕੱਲ੍ਹ ਸਾਡੇ ਕੋਲੇ ਨਵੇਂ ਇੰਪਲਾਂਟ ਕੈਪਸ ਆਏ ਹੈਗੇ ਆ, ਜਿਨ੍ਹਾਂ ਨੂੰ ਅਸੀਂ ਟਾਈਟੇਨੀਅਮ ਨਿਓਬੀਅਮ ਨਾਈਟ੍ਰੇਟ ਦੇ, ਜਿਨ੍ਹਾਂ ਨੂੰ ਗੋਲਡ ਔਨ ਗੋਲਡ ਨੀ ਇੰਪਲਾਂਟ ਕਹਿੰਦੇ ਆ। ਐਵਰੇਜ ਲਾਈਫ ਜਿਹੜੀ ਕਲੀਨਿਕਲ ਟ੍ਰਾਇਲਸ ਵਿੱਚ ਇਹਨਾਂ ਇੰਪਲਾਂਟ ਕੈਪਸ ਦੀ ਹੁੰਦੀ ਹੈ 30 ਸਾਲ। ਯਾਨੀ ਕਿ ਐਵਰੇਜ ਲਾਈਫ ਕਿਸੇ ਦੀ 30 ਤੋਂ 35 ਸਾਲ 40 ਸਾਲ ਵੀ ਚੱਲਦੀ ਹੈ, ਐਵਰੇਜ ਲਾਈਫ 30 ਸਾਲ ਹੁੰਦੀ ਹੈ। ਤੇ ਜੇ ਕਿਸੇ ਮਰੀਜ਼ ਨੇ ਫੋਰ ਐਗਜ਼ਾਮਪਲ 60 ਸਾਲ ਦੀ ਉਮਰ ਵਿੱਚ ਇਹ ਆਪਰੇਸ਼ਨ ਕਰਾਇਆ ਤਾਂ 90 ਸਾਲ ਦੀ ਉਮਰ ਤੱਕ ਤਾਂ ਉਹਨਾਂ ਨੂੰ, ਇਸ ਮਰੀਜ਼ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਕਈ ਮਰੀਜ਼ਾਂ ਨੂੰ ਲੋੜ ਪੈ ਜਾਂਦੀ ਹੈ ਆਪਰੇਸ਼ਨ ਬਹੁਤ ਯੰਗ ਏਜ ਵਿੱਚ ਕਰਾਉਣ ਲਈ, ਜਿਨ੍ਹਾਂ ਦੇ ਵਿੱਚ ਫੋਰ ਐਗਜ਼ਾਮਪਲ ਕਿਸੇ ਨੂੰ ਗਠੀਆ ਹੁੰਦਾ ਹੈ, ਗਠੀਏ ਦੇ ਮਰੀਜ਼ ਨੂੰ 30 ਸਾਲ ਦੀ ਉਮਰ ਵਿੱਚ, 32 ਸਾਲ ਦੀ, 35 ਸਾਲ ਦੀ ਉਮਰ ਵਿੱਚ ਹੀ ਆਪਰੇਸ਼ਨ ਕਰਾਉਣੇ ਪੈ ਜਾਂਦੇ ਆ। ਇਹੋ ਜਿਹੇ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਇਹ ਆਪਰੇਸ਼ਨ 30 ਸਾਲ ਤੋਂ ਬਾਅਦ ਦੁਬਾਰਾ ਕਰਾਉਣ ਦੀ ਲੋੜ ਪੈਂਦੀ ਹੈ, ਤਾਂ ਉਨੀ ਹੀ ਆਸਾਨੀ ਨਾਲ ਅਸੀਂ ਇਹ ਰਿਪੀਟ ਵੀ ਕਰ ਸਕਦੇ ਹਾਂ ਜੇ ਲੋੜ ਪਵੇ ਅੱਗੇ ਜਾ ਕੇ। ਤਾਂ ਹਾਲੇ ਤੱਕ ਜਿਹੜਾ ਸਾਡਾ ਐਕਸਪੀਰੀਅੰਸ ਹੈ, ਇਹੋ ਜਿਹੇ ਮਰੀਜ਼ਾਂ ਦੀ ਜਿਹੜੀ ਪਰਸੈਂਟੇਜ ਹੈ ਉਹ ਲੈਸ ਦੈਨ 1% ਹੈ ਜਿਹਨੂੰ ਇਹ ਆਪਰੇਸ਼ਨ ਦੀ ਦੁਬਾਰਾ ਲੋੜ ਪੈਂਦੀ ਹੈ। ਬਟ ਜੇ ਲੋੜ ਪਵੇ ਵੀ ਤਾਂ ਇਹ ਬੜੇ ਈਜ਼ੀਲੀ 30 ਸਾਲ ਬਾਅਦ, 40 ਸਾਲ ਬਾਅਦ ਜਦੋਂ ਵੀ ਲੋੜ ਪਵੇ, ਜੇ ਰੱਬ ਨੇ ਇੰਨੀ ਲੰਬੀ ਉਮਰ ਦੇ ਦਿੱਤੀ ਕਿਸੇ ਨੂੰ, ਤਾਂ ਇਹ ਦੁਬਾਰਾ ਵੀ ਇਹ ਆਪਰੇਸ਼ਨ ਹੋ ਕੇ ਚੇਂਜ ਕੀਤੀ ਜਾ ਸਕਦੀ ਹੈ। ਤਾਂ ਅਖੀਰ ਦੇ ਵੀ ਡਾਕਟਰ ਸਾਹਿਬ, ਤੁਸੀਂ ਜਿਹੜੇ ਪੇਸ਼ੈਂਟ ਵੇਖ ਰਹੇ ਹੋਣਗੇ ਜਾਂ ਜਿਹੜੇ ਸਾਡੇ ਵਿਊਅਰਸ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੀ ਨਵੀਂ ਟੈਕਨੀਕ ਦੇ ਬਾਰੇ, ਕਿ ਕਿਵੇਂ ਉਹ ਜਿਹੜੀਆਂ ਸਟੀਰੀਓਟਾਈਪ ਸਾਡੀਆਂ ਬਾਰਸ ਬਣੀਆਂ ਹੋਈਆਂ ਉਹਨਾਂ ਨੂੰ ਤੋੜ ਕੇ ਨਵੇਂ ਆਪਰੇਟਰ ਵਰਜ਼ਨ ਵੱਲ ਜਾਣ ਤੇ ਇਹ ਤਕਨੀਕ ਦਾ ਉਹ ਲਾਹਾ ਲੈ ਸਕਣ? ਮੈਂ ਇਹੀ ਸਾਰੇ ਮਰੀਜ਼ਾਂ ਨੂੰ ਆਪਣੇ ਨੂੰ ਐਡਵਾਈਸ ਦਿੰਦਾ ਹੁੰਦਾ ਕਿ ਇਹ ਤੁਹਾਡੀ ਲਾਈਫ ਦਾ ਬਹੁਤ ਹੀ ਅਹਿਮ ਡਿਸੀਜਨ ਹੈ। ਕਿਸੇ ਦੀ ਗੱਲ ਤੇ ਸੁਣ ਕੇ ਵੀ ਕਿਸੇ ਨੇ ਕਿੱਥੋਂ ਆਪਰੇਸ਼ਨ ਕਰਵਾਇਆ, ਸਿਰਫ ਅੱਖ ਬੰਦ ਕਰਕੇ ਨਹੀਂ ਜਾਣਾ। ਤੁਹਾਡੇ ਖੁਦ ਦੇ ਡਿਸੀਜਨ ਤੁਹਾਨੂੰ ਖੁਦ ਲੈਣੇ ਚਾਹੀਦੇ ਆ। ਆਪਣੀ ਰਿਸਰਚ ਕਰੋ। ਅੱਜ ਕੱਲ ਸਭ ਤੋਂ ਵਧੀਆ ਰਿਸਰਚ ਕਰਨ ਦਾ ਤਰੀਕਾ ਹੈਗਾ ਇੰਟਰਨੈਟ ਤੇ ਲੱਭੋ ਕਿ ਨਵੀਆਂ ਟੈਕਨੋਲੋਜੀਜ਼ ਕੀ ਆ ਰਹੀਆਂ ਇਸੇ ਆਪਰੇਸ਼ਨ ਨੂੰ ਠੀਕ ਕਰਨ ਲਈ। ਜਿਹੜੇ ਆਪਰੇਸ਼ਨ ਅੱਜ ਤੋਂ 10 ਸਾਲ ਪਹਿਲਾਂ ਹੋ ਰਹੇ ਸੀਗੇ, ਟੈਕਨੋਲੋਜੀ ਦੀ ਮਦਦ ਨਾਲ ਉਹੀ ਆਪਰੇਸ਼ਨ ਅੱਜ ਕੱਲ ਬਹੁਤ ਹੀ ਆਸਾਨ ਤੇ ਬਹੁਤ ਹੀ ਸਕਸੈਸਫੁਲ ਹੋ ਚੁੱਕੇ ਹੈ। ਕੋਈ ਵੀ ਮਰੀਜ਼ ਇਹ ਨਹੀਂ ਚਾਹੇਗਾ ਕਿ
ਉਹਨਾਂ ਦਾ ਕੋਈ ਘਰ ਦਾ ਮੈਂਬਰ, ਕਿਸੇ ਦਾ ਕੋਈ ਮਦਰ, ਕਿਸੇ ਦੀ ਕੋਈ ਵਾਈਫ ਆਪਰੇਸ਼ਨ ਤੋਂ ਬਾਅਦ ਜ਼ਿਆਦਾ ਪ੍ਰੋਬਲਮ ਵਿੱਚ ਆ ਜਾਏ, ਤਾਂ ਮੈਂ ਇਹੀ ਮੈਸੇਜ ਦਊਂਗਾ ਕਿ ਨਵੀਆਂ ਟੈਕਨੋਲੋਜੀਜ਼ ਨੂੰ ਆਪਾਂ ਨੂੰ ਅਪਣਾਉਣਾ ਚਾਹੀਦਾ। ਆਪਣੀ ਰਿਸਰਚ ਕਰੋ, ਸਾਡੇ ਨਾਲ ਆ ਕੇ ਮਿਲੋ, ਇੱਕ ਵਾਰੀ ਜੇ ਸਾਨੂੰ ਮਿਲਣਗੇ ਅਸੀਂ ਦੱਸਾਂਗੇ, ਮਰੀਜ਼ ਨੂੰ ਸਮਝਾਵਾਂਗੇ ਵੀ ਕਿਵੇਂ ਪੁਰਾਣੀ ਤਕਨੀਕ ਨਾਲੋਂ ਇਹ ਟੈਕਨੀਕ ਬੈਟਰ ਹੈ ਤੇ ਜ਼ਿਆਦਾ ਸੇਫ ਹੈ। ਇੱਕ ਡਾਕਟਰ ਸਾਹਿਬ ਜੇ ਗੱਲ ਕਰੀਏ ਤਾਂ ਆਪਾਂ ਬਹੁਤ ਸਾਰੀਆਂ ਟੈਕਨੀਕਸ ਜਿਹੜੀਆਂ ਇਸ ਵਕਤ ਕੰਮ ਕਰ ਰਹੀਆਂ ਨੇ ਨੀ ਸਰਫੇਸਿੰਗ ਨੂੰ ਲੈ ਕੇ, ਆਪਾਂ ਜੇ ਗੱਲ ਕਰਦੇ ਹਾਂ ਇੱਕ ਰੋਬੋਟਿਕ ਨੀ ਰਿਪਲੇਸਮੈਂਟ ਆਉਂਦੀ ਹੈ ਤੇ ਹੁਣ ਜਿਹੜੀ ਇਹ ਨੀ ਰੀਸਰਫੇਸਿੰਗ ਜਿਹੜੀ FT3D ਹੈ, ਇਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ, ਕਿਵੇਂ ਇਹ ਡਿਫਰੈਂਸ਼ੀਏਟ ਕਰਦੀਆਂ ਨੇ ਇੱਕ ਦੂਜੀ ਟੈਕਨੀਕਸ ਨੂੰ ਤੇ ਕਿਹੜੀ ਬਿਹਤਰ ਹੈ ਇਹ ਵੀ ਦੱਸਿਓ। ਰੋਬੋਟਿਕ ਨੀ ਰਿਪਲੇਸਮੈਂਟ ਵੀ ਇੱਕ ਐਡਵਾਂਸਡ ਆਪਰੇਸ਼ਨ ਹੈਗਾ। ਰੋਬੋਟਿਕ ਨੀ ਰਿਪਲੇਸਮੈਂਟ ਵਿੱਚ ਤੇ FT3D ਨੀ ਸਰਫੇਸਿੰਗ ਵਿੱਚ, ਦੋਨਾਂ ਵਿੱਚ ਜਿਹੜੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ ਉਹ ਦੋਨੇ CT ਸਕੈਨ ਬੇਸਡ ਟੈਕਨੋਲੋਜੀ ਹੈ। ਦੋਨਾਂ ਵਿੱਚ ਹੀ ਜਿਹੜੀ ਹੈ ਆਪਰੇਸ਼ਨ ਤੋਂ ਪਹਿਲਾਂ CT ਸਕੈਨ ਕਰਵਾਇਆ ਜਾਂਦਾ ਹੈ, ਦੋਨਾਂ ਵਿੱਚ ਹੀ ਪਲੈਨਿੰਗ ਪਹਿਲਾਂ ਆਪਰੇਸ਼ਨ ਤੋਂ ਪਹਿਲਾਂ ਕੀਤੀ ਜਾਂਦੀ ਹੈ, ਦੋਨਾਂ ਵਿੱਚ ਹੀ ਆਪਰੇਸ਼ਨ ਰੋਬੋਟਿਕ ਨੀ ਰਿਪਲੇਸਮੈਂਟ ਤੇ FT3D ਨੀ ਸਰਫੇਸਿੰਗ ਦਾ ਦੋਨਾਂ ਦਾ ਜਿਹੜਾ ਮਕਸਦ ਹੈ ਉਹ ਹੈ ਮਰੀਜ਼ ਦੇ ਆਪਰੇਸ਼ਨ ਨੂੰ ਜ਼ਿਆਦਾ ਤੋਂ ਜ਼ਿਆਦਾ ਐਕੂਰੇਟ ਬਣਾਉਣਾ। ਤਾਂ ਜੇ ਤੁਸੀਂ ਐਕੂਰੇਸੀ ਦੀ ਗੱਲ ਕਰੋ ਤਾਂ ਦੋਨਾਂ ਦਾ ਜਿਹੜਾ ਸੌਫਟਵੇਅਰ ਹੈਗਾ, ਦੋਨਾਂ ਦੀ ਐਕੂਰੇਸੀ ਹੈ ਉਹ ਐਟ ਪਾਰ ਹੈ, ਦੋਨੇ ਇਕੁਅਲੀ ਐਕੂਰੇਟ ਹੈ। ਲੇਕਿਨ ਰੋਬੋਟਿਕ ਨੀ ਰਿਪਲੇਸਮੈਂਟ ਨੰਬਰ 1 ਦਾ ਕਾਸਟ ਜਿਹੜਾ ਹੈ ਉਹ ਬਹੁਤ ਜ਼ਿਆਦਾ, ਬਿਕੋਜ਼ ਜਿਹੜੀ ਰੋਬੋਟਿਕ ਦੀ ਜਿਹੜੀ ਮਸ਼ੀਨ ਹੈ ਉਹ ਬਹੁਤ ਕਰੋੜਾਂ ਵਿੱਚ ਆਉਂਦੀ, ਮਹਿੰਗੀ ਮਸ਼ੀਨ ਹੈਗੀ ਹੈ, ਤਾਂ ਅਲਟੀਮੇਟਲੀ ਜਿਹੜਾ ਉਹਦਾ ਕਾਸਟ ਹੈ ਉਹ ਮਰੀਜ਼ ਨੂੰ ਹੀ ਭਰਨਾ ਪੈਂਦਾ। ਹੁਣ ਸੇਮ ਟੈਕਨੋਲੋਜੀ ਜੇ ਅਸੀਂ ਯੂਜ਼ ਕਰੀਏ ਤਾਂ ਸੇਮ ਟੈਕਨੋਲੋਜੀ ਜਿਹੜੀ ਰੋਬੋਟਿਕ ਨੀ ਰਿਪਲੇਸਮੈਂਟ ਵਿੱਚ ਯੂਜ਼ ਕੀਤੀ ਜਾਂਦੀ ਹੈ ਆਲਮੋਸਟ ਹਾਫ ਪ੍ਰਾਈਸ ਤੇ ਜੇ ਆਪਾਂ ਯੂਜ਼ ਕਰ ਸਕਦੇ ਹਾਂ ਤਾਂ ਉਹ FT3D ਨੀ ਰੀਸਰਫੇਸਿੰਗ ਵਿੱਚ ਯੂਜ਼ ਕੀਤੀ ਜਾਂਦੀ ਹੈ। ਯਾਨੀ ਕਿ ਐਕੂਰੇਸੀ ਦੋਨਾਂ ਦੀ ਐਟ ਪਾਰ ਹੈ, ਟੈਕਨੋਲੋਜੀ ਦੋਨਾਂ ਦੀ ਐਟ ਪਾਰ ਹੈ, ਲੇਕਿਨ ਜਿਹੜਾ ਖਰਚਾ ਹੈਗਾ ਉਹ ਨਾਰਮਲ ਰੋਬੋਟਿਕ ਨੀ ਰਿਪਲੇਸਮੈਂਟ ਤੋਂ ਹਾਫ ਹੈ। ਇੱਕ ਖਰਚੇ ਦੀ ਜੇ ਤੁਸੀਂ ਗੱਲ ਕਰੀਏ, ਖਰਚਾ ਦੇਖੋ ਪੇਸ਼ੈਂਟ ਨੇ ਤਾਂ ਦੇਣਾ ਹੀ ਦੇਣਾ, ਉਹਨੂੰ ਤਾਂ ਜਿੰਨਾ ਜਿਹੜਾ ਉਹਨੂੰ ਤਾਂ ਤਸੱਲੀ ਹੋਣੀ ਚਾਹੀਦੀ ਹੈ, ਜੇ ਉਹਦੀ ਸੈਟੀਸਫੈਕਸ਼ਨ ਹੁੰਦੀ ਹੈ ਤਾਂ ਉਹ ਪੂਰਾ ਚਾਰजेस ਵੀ ਜਿਹੜਾ ਦੇਣ ਨੂੰ ਤਿਆਰ ਹੁੰਦਾ। ਪਰ ਜੇ ਮੈਂ ਪੁੱਛਾਂ ਕਿ ਇਹ ਟੈਕਨੀਕ ਕਿੰਨੀ ਕੋਸਟਲੀ ਹੈ, ਇਹ ਡਾਕਟਰਸ ਨੂੰ ਜਾਂ ਹਸਪੀਟਲਸ ਨੂੰ ਕਿੰਨੀ ਕੋਸਟਲੀ ਪੈਂਦੀ ਹੈ, ਜੋ ਇਹ ਮਸ਼ੀਨਸ ਨੇ ਜਾਂ ਇਹ ਜਿਹੜੀ ਸੌਫਟਵੇਅਰ ਵਗੈਰਾ ਨੇ, ਇਹ ਚੀਜ਼ ਰੋਬੋਟਿਕ ਨੀ ਰਿਪਲੇਸਮੈਂਟ ਵਿੱਚ ਜਿਹੜਾ ਸਭ ਤੋਂ ਵੱਡਾ ਖਰਚਾ ਹੁੰਦਾ ਉਹ ਹੁੰਦਾ ਜਿਹੜੀ ਵੱਡੀ ਮਸ਼ੀਨ ਹਸਪੀਟਲ ਨੂੰ ਜਾਂ ਡਾਕਟਰ ਨੂੰ ਪਰਚੇਸ ਕਰਨੀ ਪੈਂਦੀ ਹੈ, ਜਿਹੜੀ ਕਿ ਕਰੋੜਾਂ ਵਿੱਚ ਹੁੰਦੀ ਹੈ। ਸਿੰਸ FT3D ਨੀ ਰਿਸਰਫੇਸਿੰਗ ਵਿੱਚ ਜਿਹੜਾ ਸਾਰਾ ਜਿਹੜਾ ਕ੍ਰੈਡਿਟ ਹੈ ਇਟ ਇਜ਼ ਅ ਸੌਫਟਵੇਅਰ, ਤਾਂ ਸੌਫਟਵੇਅਰ ਦਾ ਖਰਚਾ ਕਦੇ ਵੀ ਉਨਾ ਜ਼ਿਆਦਾ ਨਹੀਂ ਹੁੰਦਾਗਾ ਜਿੰਨਾ ਕਿ ਇੱਕ ਮਸ਼ੀਨ ਦਾ ਹੁੰਦਾ ਹੈ। ਨੰਬਰ 2, ਮਸ਼ੀਨ ਥੋੜੇ ਸਾਲਾਂ ਬਾਅਦ ਆਊਟਡੇਟ ਹੋ ਜਾਂਦੀ ਹੈ, ਯਾਨੀ ਕਿ ਰੋਬੋਟ ਸਾਲ ਤੱਕ ਕੰਮ ਕਰੇਗਾ, ਉਸ ਤੋਂ ਬਾਅਦ ਇੱਕ ਨਵਾਂ ਰੋਬੋਟ ਲੈ ਕੇ ਆਉਣਾ ਪਵੇਗਾ, ਫਿਰ ਇੱਕ ਨਵਾਂ ਰੋਬੋਟ ਲੈ ਕੇ ਆਉਣਾ ਪੜੇਗਾ। ਸੌਫਟਵੇਅਰ ਦਾ ਜਿਹੜੀ ਖਾਸ ਗੱਲ ਹੈਗੀ ਆ ਉਹ ਐਵਰੀ ਪੇਸ਼ੈਂਟ, ਹਰ ਇੱਕ ਮਰੀਜ਼ ਦੇ ਨਾਲ ਉਹ ਇੰਪਰੂਵ ਕਰਦਾ ਰਹਿੰਦਾ। ਹੁਣ ਤੁਸੀਂ ਸੁਣਿਆ ਹੋਵੇਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਰੇ। ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਤਲਬ ਇਹੀ ਹੁੰਦਾ ਕਿ ਜਦੋਂ ਕੰਪਿਊਟਰ ਆਪਣੇ ਆਪ ਸਿੱਖ ਕੇ ਪੁਰਾਣੇ ਮਰੀਜ਼ਾਂ ਤੋਂ ਆਪਣੀ ਜਿਹੜੀ ਟੈਕਨੋਲੋਜੀ ਨੂੰ ਇੰਪਰੂਵ ਕਰਦਾ ਜਾਵੇ, ਤਾਂ ਰੈਦਰ ਦੈਨ ਟਾਈਮ ਦੇ ਲੰਘਣ ਦੇ ਨਾਲ ਇਹ ਤਕਨੀਕ ਪੁਰਾਣੀ ਹੋਣ ਦੀ ਜਿੰਨਾ ਟਾਈਮ ਨਿਕਲਦਾ ਜਾਂਦਾ ਉਹਨਾਂ ਇਹ ਟੈਕਨੋਲੋਜੀ ਹੈ ਹੋਰ ਇੰਪਰੂਵ ਹੁੰਦੀ ਜਾਂਦੀ ਹੈ। ਤਾਂ ਖਰਚਾ ਜਿਹੜਾ ਹੈ ਇਹ ਐਸ ਕੰਪੇਅਰ ਟੂ ਰੋਬੋਟਿਕ ਨੀ ਰਿਪਲੇਸਮੈਂਟ ਸਾਨੂੰ ਹਾਫ ਪੈਂਦਾ, ਬਿਕਾਜ਼ ਸਾਨੂੰ ਇੱਕ ਮੇਜਰ ਜਿਹੜਾ ਖਰਚਾ ਰੋਬੋਟ ਦਾ ਜਿਹੜਾ ਹੈ ਉਹ ਨਹੀਂ ਕਰਨਾ ਪੈਂਦਾ। ਐਕੂਰੇਸੀ ਐਟ ਪਾਰ ਹੁੰਦੀ ਹੈ ਬਿਕਾਜ਼ ਟੈਕਨੋਲੋਜੀ ਦੋਨਾਂ ਦੇ ਪਿੱਛੇ ਸੇਮ ਹੈ। ਇਹਦੇ ਵਿੱਚ ਐਡਡ ਐਡਵਾਂਟੇਜ ਹੈ ਰੋਬੋਟਿਕ ਨੀ ਰਿਪਲੇਸਮੈਂਟ ਦੇ ਵਿੱਚ, ਤੁਸੀਂ ਕੁਝ ਟਾਈਮ ਲਈ ਸਿਰਫ ਤੇ ਸਿਰਫ ਮਸ਼ੀਨ ਦੇ ਹਵਾਲੇ ਕਰ ਦਿੱਤੇ ਜਾਂਦੇ, ਮਰੀਜ਼ ਨੂੰ ਮਸ਼ੀਨ ਦੇ ਹਵਾਲੇ ਕਰ ਦਿੱਤਾ ਜਾਂਦਾ, ਉਹਦੇ ਵਿੱਚ ਡਾਕਟਰ ਦਾ ਕੋਈ ਰੋਲ ਨਹੀਂ ਰਹਿੰਦਾ। FT3D ਰੀਸਰਫੇਸਿੰਗ ਵਿੱਚ ਡਾਕਟਰ ਦਾ ਐਕਸਪੀਰੀਅੰਸ ਤੇ ਕੰਪਿਊਟਰ ਦਾ ਐਕੂਰੇਸੀ, ਇਹ ਦੋਨਾਂ ਦਾ ਕੰਬੀਨੇਸ਼ਨ ਇਸਤੇਮਾਲ ਕੀਤਾ ਹੈ। ਯਾਨੀ ਕਿ ਇੰਨੇ ਸਾਲਾਂ ਤੋਂ ਜਿਹੜੇ ਅਸੀਂ ਹਜ਼ਾਰਾਂ ਆਪਰੇਸ਼ਨ ਕੀਤੇ ਹੈ, ਜਿਹੜੇ ਕਿ ਅਸੀਂ ਆਪਣੇ ਹੱਥਾਂ ਨਾਲ ਕੀਤੇ ਹੈ, ਉਹ ਐਕਸਪੀਰੀਅੰਸ ਪਲੱਸ ਕੰਪਿਊਟਰ ਦੀ ਜਿਹੜੀ ਐਕੂਰੇਸੀ ਹੈ, ਉਹਨਾਂ ਦਾ ਦੋਨਾਂ ਦਾ ਕੰਬੀਨੇਸ਼ਨ ਕਰਕੇ ਪੇਸ਼ੈਂਟ ਨੂੰ ਅਸੀਂ ਜ਼ਿਆਦਾ ਬੈਟਰ ਰਿਜ਼ਲਟਸ ਦਿੰਦੇ ਹਾਂ। ਇੱਕ ਡਾਕਟਰ ਸਾਹਿਬ ਪਾਰਸ਼ਲੀ ਰਿਪਲੇਸਮੈਂਟ ਤਾਂ ਨਹੀਂ ਹੈ, ਕਿਉਂਕਿ ਲੋਕਾਂ ਦੇ ਵਿੱਚ ਇਹ ਵੀ ਚੀਜ਼ ਨੂੰ ਲੈ ਕੇ ਬੜਾ ਡਾਊਟ ਰਹਿੰਦਾ। ਆਪਣੇ ਗੋਡੇ ਦੇ ਅੰਦਰ 3 ਅਲੱਗ-ਅਲੱਗ ਕੰਪਾਰਟਮੈਂਟਸ ਹੁੰਦੇ ਆ, ਉਹਨਾਂ ਨੂੰ ਲੈਟਰਲ ਕੰਪਾਰਟਮੈਂਟ, ਮੀਡੀਅਲ ਕੰਪਾਰਟਮੈਂਟ ਤੇ ਪਟੈਲਾ ਕੰਪਾਰਟਮੈਂਟ ਕਹਿੰਦੇ। ਇਹ 3 ਕੰਪਾਰਟਮੈਂਟ ਅਲੱਗ-ਅਲੱਗ ਹੁੰਦੇ ਆ। ਅੱਜ ਕੱਲ੍ਹ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਕਿ ਅਸੀਂ ਜੇ ਚਾਹੀਏ ਤਾਂ ਇੱਕ ਕੰਪਾਰਟਮੈਂਟ ਚੇਂਜ ਕਰ ਸਕਦੇ ਹਾਂ, ਯਾਨੀ ਕਿ ਪਾਰਸ਼ਲ ਕੰਪਾਰਟਮੈਂਟ ਜਿਹਨੂੰ ਪਾਰਸ਼ਲ ਨੀ ਰਿਪਲੇਸਮੈਂਟ ਕਹਿੰਦੇ ਆ, ਉਹ ਵੀ ਯੂਜ਼ ਕਰ ਸਕਦੇ ਹਾਂ। ਜਾਂ ਅਸੀਂ FT3D ਰੀਸਰਫੇਸਿੰਗ ਨਾਲ ਜੇ ਸਾਰੇ ਕੰਪਾਰਟਮੈਂਟ ਖਰਾਬ ਹੈ ਤੇ ਅਸੀਂ ਸਾਰਿਆਂ ਦਾ ਸਿਰਫ ਉੱਪਰ ਵਾਲਾ ਹਿੱਸਾ, ਖਰਾਬ ਹਿੱਸਾ ਵੀ ਚੇਂਜ ਕਰ ਸਕਦੇ ਹਾਂ। ਤਾਂ ਦੋਨੇ ਅਲੱਗ-ਅਲੱਗ ਆਪਰੇਸ਼ਨ। ਪਾਰਸ਼ਲ ਨੀ ਰਿਪਲੇਸਮੈਂਟ ਯੂਜਲੀ 10 ਸਾਲ 12 ਸਾਲ ਤੋਂ ਬਾਅਦ ਤੁਹਾਨੂੰ ਅੱਗੇ ਜਾ ਕੇ ਕਨਵਰਟ ਕਰਨੀ ਹੀ ਪੈਂਦੀ ਹੈ ਫੁੱਲ ਨੀ ਰਿਪਲੇਸਮੈਂਟ ਦੇ ਵਿੱਚ। ਹਾਲਾਂਕਿ FT3D ਰੀਸਰਫੇਸਿੰਗ ਜਿਹੜਾ ਹੈ ਇਹ ਅਲਟੀਮੇਟ ਸੋਲੂਸ਼ਨ, ਯਾਨੀ ਕਿ ਇਸ ਤੋਂ ਬਾਅਦ ਦੁਬਾਰਾ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਹੁੰਦੀਗੀ। ਤਾਂ ਦੋਨਾਂ ਵਿੱਚ ਇਹ ਮੇਜਰ ਡਿਫਰੈਂਸ ਹੈ। ਪਾਰਸ਼ਲ ਨੀ ਰਿਪਲੇਸਮੈਂਟ ਯੂਜਲੀ ਯੰਗਰ ਪੇਸ਼ੈਂਟ ਪੋਪੂਲੇਸ਼ਨ ਵਿੱਚ ਘੱਟ ਉਮਰ ਦੇ ਮਰੀਜ਼ਾਂ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਕੁਝ ਸਾਲ ਹਲੇ ਬਾਏ ਕਰਨੇ ਹੁੰਦੇ, ਯਾਨੀ ਕਿ ਹਲੇ 10 ਸਾਲ 5 ਸਾਲ ਟਾਈਮ ਨਿਕਾਲਣਾ ਹੁੰਦਾ, ਫਿਰ ਵੱਡਾ ਆਪਰੇਸ਼ਨ ਕਰਾਉਣਾ ਹੁੰਦਾ। FT3D ਨੀ ਰਿਸਰਫੇਸਿੰਗ
ਇੱਕ ਆਪਰੇਸ਼ਨ ਬਾਅਦ ਦੇ ਵਿੱਚ ਹਮੇਸ਼ਾ ਲਈ ਕੰਮ ਕਰਦਾ ਹੈ, ਦੁਬਾਰਾ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ। ਇੱਕ ਡਾਕਟਰ ਸਾਹਿਬ ਜੇ ਗੱਲ ਕਰੀਏ ਤਾਂ ਟੈਕਨੀਕਸ ਜਿਹੜੀਆਂ ਆ ਰਹੀਆਂ ਨੇ ਤਾਂ ਉਹਦੇ ਵਿੱਚ ਇੱਕ ਇਹ ਵੀ ਟੈਕਨੀਕ ਹੈ ਕਿ ਰੋਡ ਪਾਈ ਜਾਂਦੀ ਹੈ ਕੋਈ ਨੀ ਦੇ ਵਿੱਚ ਤੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਉਹ ਬਾਹਰ ਵੀ ਕੱਢ ਦਿੱਤੀ ਜਾਂਦੀ ਹੈ, ਉਹਦੇ ਤੇ ਕੀ ਕਹਿਣਾ ਚਾਹੋਗੇ? ਜਿਹੜੀ ਤੁਸੀਂ ਰੋਡ ਦੀ ਗੱਲ ਕਰ ਰਹੇ ਹੋ ਉਹ ਰੋਡ ਨੂੰ ਅਸੀਂ ਮੈਡੀਕਲ ਲੈਂਗੁਏਜ ਵਿੱਚ ਇੰਟਰਾਮੈਡੂਲਰੀ ਅਲਾਈਨਮੈਂਟ ਰੋਡ ਕਹਿੰਦੇ ਆ। ਇਹ ਰੋਡ ਹਰ ਇੱਕ ਨੀ ਰਿਪਲੇਸਮੈਂਟ ਦੇ ਆਪਰੇਸ਼ਨ ਲਈ ਬਹੁਤ ਜ਼ਰੂਰੀ ਹੈ। ਇਸ ਰੋਡ ਤੋਂ ਬਿਨਾ ਕੋਈ ਵੀ ਨੀ ਰਿਪਲੇਸਮੈਂਟ ਦਾ ਆਪਰੇਸ਼ਨ ਨਹੀਂ ਹੋ ਸਕਦਾ। ਜਿਵੇਂ ਕਿ ਤੁਸੀਂ ਇਹਦਾ ਨਾਮ ਸੁਣੋਗੇ, ਇਹਦਾ ਨਾਮ ਹੈ ਇੰਟਰਾਮੈਡੂਲਰੀ ਅਲਾਈਨਮੈਂਟ ਰੋਡ। ਇਸ ਰੋਡ ਨੂੰ ਅਸੀਂ ਆਪਰੇਸ਼ਨ ਕਰਨ ਜਿਵੇਂ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾਂ ਇਹ ਰੋਡ ਆਪਣੀ ਪੱਟ ਵਾਲੀ ਹੱਡੀ ਦੇ ਵਿੱਚ ਥਾਈ ਬੋਨ ਦੇ ਵਿੱਚ ਰੋਡ ਪਾਈ ਜਾਂਦੀ ਹੈ। ਫਿਰ ਉਸੇ ਰੋਡ ਦੇ ਉੱਤੇ ਬਾਕੀ ਸਾਰਾ ਆਪਰੇਸ਼ਨ ਕੀਤਾ ਜਾਂਦਾ ਹੈ ਤਾਂ ਕਿ ਆਪਰੇਸ਼ਨ ਦੀ ਅਲਾਈਨਮੈਂਟ ਸਹੀ ਬੈਠੇ। ਜਦੋਂ ਆਪਰੇਸ਼ਨ ਖਤਮ ਹੋ ਜਾਂਦਾ ਹੈ ਇਹ ਰੋਡ ਬਾਹਰ ਨਿਕਾਲ ਦਿੱਤੀ ਜਾਂਦੀ ਹੈ। ਲੇਕਿਨ ਇਨ ਦਾ ਪ੍ਰੋਸੈਸ ਆਪਰੇਸ਼ਨ ਦੇ ਦੌਰਾਨ ਜਦੋਂ ਅਸੀਂ ਰੋਡ ਪਾ ਕੇ ਰੋਡ ਨੂੰ ਬੋਨ ਨੂੰ ਡਰਿਲ ਕਰਕੇ ਅਸੀਂ ਜਦੋਂ ਰੋਡ ਬਾਹਰ ਕੱਢ ਦਿੰਦੇ ਹਾਂ ਤਾਂ ਜਿਹੜੀ ਆਪਣੀ ਪੱਟ ਵਾਲੀ ਹੱਡੀ ਹੈ, ਜਿਹੜੀ ਆਪਣੀ ਸਰੀਰ ਦੀ ਸਭ ਤੋਂ ਵੱਡੀ ਤੇ ਮਜ਼ਬੂਤ ਹੱਡੀ ਹੈ, ਉਹ ਖੋਖਲੀ ਹੋ ਜਾਂਦੀ ਹੈ, ਅੰਦਰੋਂ ਖਾਲੀ ਹੋ ਜਾਂਦੀ ਹੈ। ਉਹ ਅੱਗੇ ਜਾ ਕੇ ਫਿਰ ਪ੍ਰੋਬਲਮ ਕ੍ਰੀਏਟ ਅੱਗੇ ਜਾ ਕੇ ਜਿਹੜੀ ਖਾਲੀ ਹੱਡੀ, ਖੋਖਲੀ ਹੱਡੀ ਹੈ, ਉਹ ਜ਼ਿਆਦਾ ਕਮਜ਼ੋਰ ਹੁੰਦੀ ਹੈ। ਤਾਂ ਹੀ ਨੀ ਰਿਪਲੇਸਮੈਂਟ ਦੇ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਨੂੰ ਰਿਕਵਰੀ ਲਈ ਬਹੁਤ ਟਾਈਮ ਲੱਗਦਾ ਹੈ। ਆਪਰੇਸ਼ਨ ਤੋਂ ਬਾਅਦ ਵੀ ਉਹ ਹਾਈ ਹਾਈ ਕਰਦੇ ਰਹਿੰਦੇ ਆ, ਉਹਨਾਂ ਨੂੰ ਦਰਦ ਬਣਿਆ ਰਹਿੰਦਾ ਹੈ। FT3D ਨੀ ਰੀਸਰਫੇਸਿੰਗ ਵਿੱਚ ਸਾਨੂੰ ਇਹ ਰੋਡ ਯੂਜ਼ ਕਰਨ ਦੀ ਲੋੜ ਹੀ ਨਹੀਂ ਪੈਂਦੀ। ਹੁਣ ਉਹਦਾ ਕਾਰਨ ਜਿਹੜੀ ਸਾਡੇ ਆਪਰੇਸ਼ਨ ਦੀ ਜਿਹੜੀ ਅਲਾਈਨਮੈਂਟ ਹੈਗੀ ਹੈ ਉਹ ਸਾਨੂੰ ਸਾਰੀ ਕੰਪਿਊਟਰ ਨੇ ਹੀ ਦੇ ਦੇਣੀ ਹੈ। ਸੋ ਸਾਨੂੰ ਜ਼ਰੂਰਤ ਹੀ ਨਹੀਂ ਹੁੰਦੀ ਰੋਡ ਪਾਉਣ ਦੀ। ਹੁਣ ਜੇ ਅਸੀਂ ਰੋਡ ਨਹੀਂ ਯੂਜ਼ ਕਰਾਂਗੇ ਤਾਂ ਹੱਡੀ ਦੀ ਤਾਕਤ ਉਵੇਂ ਦੀ ਜਿਵੇਂ ਪਹਿਲਾਂ ਸੀ ਸੇਮ ਬਰਕਰਾਰ ਰਹੇਗੀ, ਕੋਈ ਬਲੀਡਿੰਗ ਨਹੀਂ ਹੋਏਗੀ, ਕੋਈ ਕੰਪਲਿਕੇਸ਼ਨ ਹੋਣ ਦਾ ਚਾਂਸ ਨਹੀਂ ਹੋਏਗਾ ਤੇ ਪੇਸ਼ੈਂਟ ਨੂੰ ਦਰਦ ਘੱਟ ਹੋਏਗਾ ਤੇ ਪੇਸ਼ੈਂਟ ਛੇਤੀ ਰਿਕਵਰ ਕਰਨਗੇ। ਆਲਸੋ ਹੁਣ ਅਸੀਂ ਰੋਡ ਨਹੀਂ ਯੂਜ਼ ਕਰਦੇ ਤਾਂ ਦਰਦ ਘਟਾਉਣ ਵਾਸਤੇ ਆਪਾਂ ਨੂੰ ਮਰੀਜ਼ ਦੇ ਬੈਕ ਦੇ ਵਿੱਚ, ਪਿੱਠ ਦੇ ਵਿੱਚ ਐਪੀਡਿਊਰਲ ਇੰਜੈਕਸ਼ਨ ਲਾਉਣ ਦੀ ਲੋੜ ਨਹੀਂ ਹੈਗੀ। ਐਪੀਡਿਊਰਲ ਇੰਜੈਕਸ਼ਨ ਮਰੀਜ਼ ਦੇ ਪਿੱਠ ਵਿੱਚ ਲਗਾਇਆ ਜਾਂਦਾ ਹੈ ਤਾਂ ਕਿ ਆਪਰੇਸ਼ਨ ਤੋਂ ਬਾਅਦ ਜਿਹੜਾ ਬਹੁਤ ਸੀਵੀਅਰ ਦਰਦ ਹੋ ਰਿਹਾ ਹੁੰਦਾ ਹੈ ਉਹਨੂੰ ਕੰਟਰੋਲ ਕਰਨ ਲਈ। ਉਹਦਾ ਕਾਰਨ ਹੁੰਦਾ ਰੋਡ ਯੂਜ਼ ਕਰਨਾ। ਜੇ ਅਸੀਂ FT3D ਨੀ ਰੀਸਰਫੇਸਿੰਗ ਵਿੱਚ ਰੋਡ ਯੂਜ਼ ਹੀ ਨਹੀਂ ਕਰਦੇ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਮਰੀਜ਼ ਨੂੰ ਇੰਨਾ ਦਰਦ ਹੋਣਾ ਹੀ ਨਹੀਂ। ਅਸੀਂ ਐਪੀਡਿਊਰਲ ਜਿਹੜਾ ਕਮਰ ਦੇ ਵਿੱਚ, ਪਿੱਠ ਦੇ ਵਿੱਚ ਇੰਜੈਕਸ਼ਨ ਐਪੀਡਿਊਰਲ ਅਸੀਂ ਲਗਾਉਂਦੇ ਹੀ ਨਹੀਂ। ਯਾਨੀ ਕਿ ਤੁਸੀਂ ਸੁਣਿਆ ਹੋਏਗਾ ਮਰੀਜ਼ ਗੋਡੇ ਠੀਕ ਹੋ ਜਾਂਦੇ ਲੇਕਿਨ ਆਪਰੇਸ਼ਨ ਤੋਂ ਬਾਅਦ ਪਿੱਠ ਖਰਾਬ ਹੋ ਜਾਂਦੀ ਹੈ। ਉਹਦਾ ਕਾਰਨ ਹੁੰਦਾ ਐਪੀਡਿਊਰਲ ਇੰਜੈਕਸ਼ਨ। ਤਾਂ FT3D ਨੀ ਰੀਸਰਫੇਸਿੰਗ ਵਿੱਚ ਨਾ ਤਾਂ ਅਸੀਂ ਰੋਡ ਇਸਤੇਮਾਲ ਕਰਦੇ ਹਾਂ, ਨਾ ਅਸੀਂ ICU 'ਚ ਰੱਖਦੇ ਹਾਂ, ਨਾ ਹੀ ਪਿੱਠ ਵਿੱਚ ਐਪੀਡਿਊਰਲ ਇੰਜੈਕਸ਼ਨ ਲਗਾਉਂਦੇ। ਡਾਕਟਰ ਸਾਹਿਬ ਜੇ ਅਮੂਮਨ ਤੌਰ ਤੇ ਗੱਲ ਕਰੀਏ ਤਾਂ ਉਹ 50 ਤੋਂ ਬਾਅਦ ਜਿਹੜਾ 50-60 ਤੋਂ ਬਾਅਦ ਇਹ ਪ੍ਰੋਬਲਮ ਪਹਿਲਾਂ ਖੜੀ ਹੁੰਦੀ ਸੀ, ਪਰ ਹੁਣ ਜੇ ਅੱਜ ਕੱਲ੍ਹ ਦੇਖੀਏ ਤਾਂ ਯੰਗਸਟਰਸ ਦੇ ਵਿੱਚ ਵੀ ਪਾਈ ਜਾਂਦੇ। ਤੁਸੀਂ ਤਾਂ ਕਾਫੀ ਸਰਜਰੀਜ਼ ਵਗੈਰਾ ਕਰ ਚੁੱਕੇ ਹੋ, ਤੁਹਾਡੇ ਐਕਸਪੀਰੀਅੰਸ ਜੇ ਮੈਂ ਪੁੱਛਾਂ ਤਾਂ ਕਿ ਨੌਜਵਾਨ ਵੀ ਜਿਹੜੇ ਆ ਇਹ ਡਿਜ਼ੀਜ਼ ਦੇ ਜਿਹੜੇ ਆ ਸ਼ਿਕਾਰ ਹੋ ਰਹੇ ਨੇ ਜਾਂ ਉਹ ਵੀ ਇਹ ਜਿਹੜੀ ਟੈਕਨੀਕ ਹੈ ਵਰਤ ਰਹੇ ਨੇ? ਕਿਉਂਕਿ ਅਮੂਮਨ ਤੌਰ ਤੇ ਤਾਂ ਜਦੋਂ ਉਮਰ 60-70 ਪਾਰ ਹੋ ਜਾਂਦੀ ਸੀ ਉਸ ਤੋਂ ਬਾਅਦ ਹੀ ਇਹ ਪ੍ਰੋਬਲਮ ਖੜੀ ਹੁੰਦੀ ਸੀ। ਅੱਜ ਤੋਂ 15-20 ਸਾਲ ਪਹਿਲਾਂ ਜੇ ਤੁਸੀਂ ਗੱਲ ਕਰੋ ਤਾਂ 15-20 ਸਾਲ ਪਹਿਲਾਂ ਇਹ ਸਿਰਫ ਬਜ਼ੁਰਗਾਂ ਦੀ ਬਿਮਾਰੀ ਮੰਨੀ ਜਾਂਦੀ ਸੀ, ਸਿਰਫ ਬਜ਼ੁਰਗਾਂ ਵਿੱਚ ਹੁੰਦੀ ਸੀਗੀ। ਅੱਜ ਕੱਲ੍ਹ ਬਿਕੋਜ਼ ਲਾਈਫ ਸਟਾਈਲ ਇੰਨਾ ਕੁ ਖਰਾਬ ਹੈ ਆਪਣੀ ਸਾਰੀ ਜਿਹੜੀ ਜਨਰੇਸ਼ਨ ਦਾ ਕਿ ਐਕਸਰਸਾਈਜ਼ ਘੱਟ ਹੈ, ਐਕਟੀਵਿਟੀ ਘੱਟ ਹੈ, ਆਫਿਸ ਜੌਬਸ ਹੈ, ਸਾਰਾ ਦਿਨ ਬੈਠੇ ਰਹਿਣਾ, ਮਸਲ ਸਟਰੈਂਥ, ਬੋਨ ਸਟਰੈਂਥ, ਹੱਡੀਆਂ ਦੀ ਤਾਕਤ, ਮਾਸਪੇਸ਼ੀ ਦੀ ਤਾਕਤ ਬਹੁਤ ਘੱਟ ਜਾਂਦੀ ਹੈ। ਤਾਂ ਸਾਡੇ ਕੋਲੇ ਅੱਜ ਕੱਲ੍ਹ ਮਰੀਜ਼ ਆਉਂਦੇ ਆ 40 ਸਾਲ, 42 ਸਾਲ, ਈਵਨ ਅਪ ਟੂ 36 ਸਾਲ ਦੀ ਉਮਰ ਦੇ ਵਿੱਚ ਵੀ ਲੋਕਾਂ ਨੂੰ ਗੋਡਿਆਂ ਦੀ ਪ੍ਰੋਬਲਮਸ ਆ ਰਹੀਆਂ। ਉਹਦਾ ਕਾਰਨ ਹੈ ਲਾਈਫ ਸਟਾਈਲ ਬਹੁਤ ਜ਼ਿਆਦਾ ਖਰਾਬ ਹੈ। ਲੇਕਿਨ ਇਹੀ ਟੈਕਨੋਲੋਜੀ ਬਿਕੋਜ਼ ਇਹ ਇੱਕ ਲੈਸ ਇਨਵੇਸਿਵ ਛੋਟਾ ਆਪਰੇਸ਼ਨ ਤੇ ਜ਼ਿਆਦਾ ਸਕਸੈਸਫੁਲ ਆਪਰੇਸ਼ਨ ਹੈ, ਇਹ ਜਿਨ੍ਹਾਂ ਮਰੀਜ਼ਾਂ ਨੂੰ ਘੱਟ ਉਮਰ ਵਿੱਚ ਵੀ ਲੋੜ ਪੈ ਜਾਂਦੀ ਹੈ ਉਹਨਾਂ ਵਾਸਤੇ ਜ਼ਿਆਦਾ ਬੈਟਰ ਤੇ ਵਧੀਆ ਆਪਸ਼ਨ ਹੈ। ਬਿਕੋਜ਼ ਇਹਦੀ ਜਿਹੜੀ ਹੈ ਰਿਕਵਰੀ ਹੈ ਉਹ ਬਹੁਤ ਛੇਤੀ ਹੋ ਜਾਂਦੀ ਹੈ ਤੇ ਪੇਸ਼ੈਂਟ ਆਪਣੀ ਨਾਰਮਲ ਲਾਈਫ ਸਟਾਈਲ ਵਿੱਚ ਜਲਦੀ ਆ ਜਾਂਦਾ। ਤਾਂ ਇਹ ਸਨ ਸਾਡੇ ਨਾਲ ਡਾਕਟਰ ਤਰਨਦੀਪ ਸਿੰਘ ਗਿੱਲ, ਜਿਨ੍ਹਾਂ ਦਾ ਕਹਿਣਾ ਹੈ ਕਿ FT3D ਨੀ ਰੀਸਰਫੇਸਿੰਗ ਟੈਕਨੀਕ ਦੇ ਨਾਲ ਜੇ ਪੇਸ਼ੈਂਟ ਜੋ ਵੀ ਉਹ ਕਰਾਉਂਦਾ ਆਪਰੇਸ਼ਨ ਤਾਂ ਉਹ 3 ਤੋਂ 4 ਘੰਟਿਆਂ ਦੇ ਵਕਫੇ ਬਾਅਦ ਹੀ ਆਪਣੇ ਪੈਰਾਂ ਤੇ ਆਪਣੀ ਲੱਤਾਂ ਤੇ ਖੜਾ ਹੋ ਸਕਦਾ। ਹੋਰ ਵੀ ਡਾਕਟਰ ਸਾਹਿਬ ਨਾਲ ਨਵੀਆਂ ਤਕਨੀਕਾਂ ਤੇ ਵਿਚਾਰ ਚਰਚਾ ਕਰਦੇ ਰਹਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।